है सब जग भयो। जय 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 सुरलोक एक अंकार सतगुरु तेह प्रसाद सच होए। वाहिगुरु जी की फतेह है विघ्न विनाशन सोए। बंधन परे अंग मह भारे पहरू खरे शस्त्र कर तारे। वाहिगुरु जी का खालसा वाहिगुरु जी की फतेह। जुगो जुग अटल चवर तख्त ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਉਪਦੇਸ਼ ਸਰਵਣ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਦੀ ਜੋ ਗਾਥਾ ਹੈ ਪ੍ਰਸੰਗ ਹਨ। ਦਿੱਲੀ ਵਿਖੇ ਮਹਾਰਾਜ ਜੀਆਂ ਨੂੰ ਔਰੰਗਜ਼ੇਬ ਨੇ ਕੈਦ ਵਿੱਚ ਪਾਇਆ ਹੋਇਆ। ਸਤਿਗੁਰਾਂ ਨੂੰ ਕੈਦ ਵਿੱਚ ਵੇਖ ਕੇ ਭਾਈ ਮਤੀ ਦਾਸ ਕਹਿਣ ਲੱਗੇ ਮਹਾਰਾਜ ਆਗਿਆ ਦੇਵੋ ਤੇ ਮੈਂ ਇਹਨਾਂ ਸਾਰੇ ਮੁਗਲਾਂ ਨੂੰ ਔਰੰਗਜ਼ੇਬ ਦੇ ਸਮੇਤ ਬੜੀ ਭਾਰੀ ਸਜ਼ਾ ਦੇਵਾਂ। ਇਹ ਗੱਲ ਕਾਜੀ ਨੇ ਆ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਦੱਸੀ ਹੈ। ਔਰੰਗਜ਼ੇਬ ਨੇ ਉਸ ਵੇਲੇ ਭਾਈ ਮਤੀ ਦਾਸ ਨੂੰ ਬੁਲਾਇਆ ਕਰਾਮਾਤ ਵਿਖਾਉਣ ਵਾਸਤੇ ਆਖਿਆ। ਭਾਈ ਮਤੀ ਦਾਸ ਜੀ ਕਹਿਣ ਲੱਗੇ ਮੇਰੇ ਗੁਰੂ ਦੀ ਆਗਿਆ ਨਹੀਂ ਹੈ, ਜੇ ਗੁਰੂ ਦੀ ਆਗਿਆ ਹੁੰਦੀ ਫਿਰ ਤੈਨੂੰ ਕਰਾਮਾਤ ਦਿਖਾ ਦਿੰਦੇ। ਇਸ ਗੱਲ ਤੋਂ ਗੁੱਸਾ ਕਰਕੇ ਔਰੰਗਜ਼ੇਬ ਨੇ ਕਾਜੀ ਦੇ ਕੋਲੋਂ ਆਖਿਆ ਕਿ ਇਸ ਨੂੰ ਕੋਈ ਕਠਿਨ ਫਤਵਾ ਪੜ੍ਹਿਆ ਜਾਏ, ਕਠਿਨ ਸਜ਼ਾ ਦਿੱਤੀ ਜਾਵੇ। ਸਜ਼ਾ ਦਿੱਤੀ ਗਈ ਹੈ ਆਰੇ ਦੇ ਨਾਲ ਚੀਰਨ ਵਾਸਤੇ। ਭਾਈ ਮਤੀ ਦਾਸ ਜੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਏ, ਆ ਕੇ ਕਹਿਣ ਲੱਗੇ ਮਹਾਰਾਜ ਸਾਹਿਬ ਜੀਓ ਪਰਚਾ ਬੜਾ ਭਾਰੀ ਕਠਿਨ ਹੈ ਪਰ ਮੈਂ ਪੂਰਾ ਨੰਬਰ ਲੈ ਕੇ ਇਸ ਨੂੰ ਪਾਸ ਕਰਨਾ ਚਾਹੁੰਦਾ, ਆਪ ਜੀ ਕਿਰਪਾ ਕਰੋ। ਸਤਿਗੁਰਾਂ ਨੇ ਆਖਿਆ ਮਤੀ ਦਾਸ ਆਪਣੇ ਮੁਖ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਓ, ਗੁਰੂ ਨਾਨਕ ਸਾਹਿਬ ਪਾਤਸ਼ਾਹ ਤੁਹਾਡੀ ਸਹਾਇਤਾ ਕਰਨਗੇ। ਇਸੇ ਤਰ੍ਹਾਂ ਹੋਇਆ। ਭਾਈ ਮਤੀ ਦਾਸ ਜੀਆਂ ਦੇ ਸੀਸ ਦੇ ਉੱਪਰ ਆਰਾ ਰੱਖਿਆ, ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਸ਼ੁਰੂ ਹੋਇਆ। ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਚੀਰਿਆ ਗਿਆ, 2 ਖੰਡ ਹੋ ਗਏ, 2 ਟੋਟੇ ਹੋ ਗਏ। ਕੱਲ੍ਹ ਆਪਾਂ ਇਹ ਬਚਨ ਭਲੀ ਭਾਂਤ ਸਰਵਣ ਕੀਤਾ ਕਿ ਉਸ ਵੇਲੇ ਭਾਈ ਮਤੀ ਦਾਸ ਦੀ ਕੁਰਬਾਨੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਫਿਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ। ਇਸ ਤਰ੍ਹਾਂ ਭਾਈ ਮਤੀ ਦਾਸ ਦੀ ਸ਼ਹੀਦੀ ਹੋਈ ਹੈ। ਅੱਗੇ ਬਾਕੀ ਗੁਰਸਿੱਖ ਕਿਵੇਂ ਕੁਰਬਾਨੀ ਕਰਦੇ ਉਹ ਬਚਨ ਇਤਿਹਾਸ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੰਧਨ ਪਰੇ ਅੰਗ ਮਹਿ ਭਾਰੇ। ਸਤਿਗੁਰਾਂ ਦੇ ਨਾਲ ਹਾਲੇ 4 ਸਿੱਖ ਹੋਰ ਕੈਦ ਨੇ। ਜਦੋਂ ਭਾਈ ਮਤੀ ਦਾਸ ਨੂੰ ਚੀਰਿਆ ਗਿਆ ਨਾ ਉਸ ਵੇਲੇ ਭਾਈ ਦਿਆਲਾ ਜੀ ਗੁੱਸੇ ਵਿੱਚ ਬੋਲ ਪਏ, ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਤੂੰ ਅੱਜ ਸਿੱਖ ਨੂੰ ਨਹੀਂ ਚੀਰਿਆ, ਤੂੰ ਆਪਣੀ ਬਾਦਸ਼ਾਹੀ ਚੀਰ ਲਈ ਹੈ। ਅੱਜ ਸਿੱਖ ਨਹੀਂ ਚੀਰਿਆ ਗਿਆ, ਅੱਜ ਤੇਰਾ ਰਾਜ ਭਾਗ ਤੇ ਬਾਬਰ ਵੱਲੋਂ ਜਿਹੜੀਆਂ ਤੈਨੂੰ ਮਿਲੀਆਂ ਇਹ ਪੁਸ਼ਤੈਨੀ ਰਾਜ ਮਿਲਿਆ ਨਾ ਪੀੜ੍ਹੀ ਦਰ ਪੀੜ੍ਹੀ, ਇਹ ਤੇਰਾ ਰਾਜ ਵੀ ਚੀਰਿਆ ਗਿਆ ਔਰ ਤੇਰਾ ਖਾਨਦਾਨ ਤੇਰਾ ਪਰਿਵਾਰ ਵੀ ਚੀਰਿਆ ਗਿਆ। ਅੱਜ ਤੋਂ ਬਾਅਦ ਰਹਿ ਕੁਝ ਨਹੀਂ ਗਿਆ ਤੇਰੇ ਕੋਲ। ਇਹ ਸਿੱਖ ਨਹੀਂ ਚੀਰਿਆ, ਤੂੰ ਬਾਦਸ਼ਾਹੀ ਚੀਰ ਲਈ ਹੈ। ਜਦੋਂ ਭਾਈ ਦਿਆਲਾ ਜੀ ਨੇ ਬਚਨ ਕੀਤੇ ਨਾ ਔਰੰਗਜ਼ੇਬ ਨੂੰ ਬੜਾ ਸੱਚਾ ਬਚਨ ਸੁਣ ਕੇ ਬੜਾ ਗੁੱਸਾ ਲੱਗਾ। ਕਾਜੀ ਨੂੰ ਬੁਲਾਇਆ ਗਿਆ, ਕਹਿਣ ਲੱਗਾ ਇਹ ਸਿੱਖ ਨੇ ਮੈਨੂੰ ਇਹ ਜਵਾਬ ਦਿੱਤਾ, ਇਹਦੇ ਵਾਸਤੇ ਵੀ ਫਤਵਾ ਲਾਇਆ ਜਾਏ, ਇਹਦੇ ਵਾਸਤੇ ਵੀ ਸਜ਼ਾ ਸੁਣਾਈ ਜਾਵੇ। ਉਸ ਵੇਲੇ ਕਾਜੀ ਨੇ ਫਤਵਾ ਪੜ੍ਹਿਆ, ਇਸ ਸਿੱਖ ਨੂੰ ਵੱਡੀ ਸਾਰੀ ਦੇਗ ਪਾਣੀ ਦੀ ਭਰ ਕੇ ਉਹਦੇ ਵਿੱਚ ਇਸ ਸਿੱਖ ਦੇ ਹੱਥ ਪੈਰ ਬੰਨ੍ਹ ਕੇ ਤੇ ਉਹਦੇ ਵਿੱਚ ਸੁੱਟਿਆ ਜਾਵੇ, ਥੱਲੇ ਬੜੀ ਪ੍ਰਚੰਡ ਅੱਗ ਬਾਲੀ ਜਾਵੇ
ਪਾਣੀ ਵਿੱਚ ਉਬਾਲ ਕੇ ਇਹ ਸਿੱਖ ਨੂੰ ਮਾਰਿਆ ਜਾਏ। ਹੁਣ ਕਾਜੀ ਦਾ ਜਦੋਂ ਫਰਮਾਨ ਜਾਰੀ ਹੋਇਆ ਨਾ, ਉਸ ਵੇਲੇ ਦਾ ਕਾਜੀ ਜੱਜ ਹੈ, ਜਦੋਂ ਹੁਕਮ ਹੋਇਆ ਕਾਜੀ ਦਾ, ਕਹਿਣ ਲੱਗੇ ਦੇਗ ਤਿਆਰ ਕੀਤੀ ਗਈ, ਚੁੱਲ੍ਹਾ ਤਿਆਰ, ਲੋਹ ਤਿਆਰ ਕੀਤੀ ਗਈ, ਉਹਦੇ ਉੱਪਰ ਵੱਡੀ ਇੱਕ ਗਾਗਰ, ਵੱਡਾ ਪਤੀਲਾ ਜਿਹਦੇ ਵਿੱਚ ਬੰਦਾ ਬੈਠ ਸਕੇ। ਵੱਡੀਆਂ ਵੱਡੀਆਂ ਦੇਗਾਂ ਹੁੰਦੀਆਂ ਸਨ ਨਾ ਪਹਿਲਾਂ ਚੌਲ ਬਣਾਉਣ ਵਾਲੀਆਂ, ਇਸ ਤਰ੍ਹਾਂ ਦੀ ਵੱਡੀ ਦੇਗ ਜਿਹੜੀ ਹੈ ਉਹਨੂੰ ਪਾਣੀ ਦੀ ਭਰ ਕੇ ਰੱਖਿਆ ਗਿਆ। ਭਾਈ ਦਿਆਲਾ ਜੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਬੇਨਤੀ ਕੀਤੀ, ਮਹਾਰਾਜ ਮੇਰੀ ਸ਼ਹੀਦੀ ਹੋਣ ਵਾਸਤੇ ਪਾਣੀ ਦੀ ਦੇਗ ਦਾ ਫਰਮਾਨ ਹੋਇਆ, ਆਪ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਮਤੀ ਦਾਸ ਦੇ ਵਾਂਗ ਸ਼ਹੀਦੀ ਚੜ੍ਹਦੀ ਕਲਾ ਦੇ ਵਿੱਚ ਦੇ ਕੇ ਜਾਵਾਂ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਭਾਈ ਦਿਆਲਾ ਜੀ ਤੁਸੀਂ ਹਰ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਜਦੋਂ ਦੇਗ ਵਿੱਚ ਬੈਠਣ ਲੱਗੋਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਸ਼ੁਰੂ ਕਰਿਓ, ਗੁਰੂ ਪਾਤਸ਼ਾਹ ਕਿਰਪਾ ਕਰਨਗੇ, ਤੁਹਾਡੀ ਉਸ ਵੇਲੇ ਬਖਸ਼ਿਸ਼ ਪ੍ਰਾਪਤ ਹੋਵੇਗੀ। ਕਹਿਣ ਲੱਗੇ ਭਾਈ ਦਿਆਲਾ ਜੀ ਨੂੰ ਉਬਲਦੇ ਹੋਏ ਵੱਡੇ ਪਾਣੀ ਦੇ ਦੇਗਚੇ ਵਿੱਚ ਬਿਠਾਇਆ ਗਿਆ। ਗੁਰਮੁਖੋ, ਜਦੋਂ ਭਾਈ ਦਿਆਲਾ ਜੀ ਉਬਲਦੇ ਪਾਣੀ ਵਿੱਚ ਬੈਠੇ, ਨਾਲ ਹੀ ਮੁਖ ਤੋਂ ਬਚਨ ਸ਼ੁਰੂ ਹੋ ਗਿਆ, ਆਦਿ ਗੁਰੈ ਨਮਹਿ ਜੁਗਾਦ ਗੁਰੇ ਨਮਹਿ, ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ। ਇਹ ਬਚਨ ਭਾਈ ਸਾਹਿਬ ਜੀਆਂ ਨੇ ਆਪਣੇ ਮੁਖ ਤੋਂ ਸ਼ੁਰੂ ਕੀਤੇ। ਕਹਿਣ ਲੱਗੇ ਜਲਾਦ ਬੜੀ ਪ੍ਰਚੰਡ ਅੱਗ ਬਾਲਦੇ ਪਏ, ਪਾਣੀ ਉਬਲ ਕੇ ਗਾਗਰ ਦੇ ਵਿੱਚੋਂ ਬਾਹਰ ਚੁੱਲ੍ਹੇ ਦੇ ਵਿੱਚ ਆ ਕੇ ਪੈਂਦਾ ਪਿਆ। ਭਾਈ ਦਿਆਲਾ ਜੀਆਂ ਦਾ ਸਰੀਰ ਦੇਗੇ ਦੇ ਵਿੱਚ ਉਬਲਦਾ ਪਿਆ, ਜਿਵੇਂ ਆਲੂ ਨੂੰ ਉਬਾਲਿਆ ਜਾਂਦਾ ਹੈ, ਉੱਪਰ ਬੜਾ ਭਾਰੀ ਢੱਕਣ ਦਿੱਤਾ ਹੋਇਆ ਹੈ, ਪਰ ਸੁਖਮਨੀ ਸਾਹਿਬ ਦੇ ਗੁਰਬਾਣੀ ਦੀ ਪਾਠ ਦੀ ਆਵਾਜ਼ ਬਾਹਰ ਤੱਕ ਦੂਰ ਤੱਕ ਗੁਰਮੁਖੋ ਸੁਣਾਈ ਦਿੰਦੀ ਹੈ। ਕੋਈ ਹਾਏ ਨਹੀਂ ਹੈ, ਕੋਈ ਸੀ ਨਹੀਂ ਹੈ, ਜੁੜਿਆ ਹੋਇਆ ਗੁਰਬਾਣੀ ਦੇ ਨਾਲ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਪਿਆ। ਬਾਣੀ ਪੜ੍ਹਦਿਆਂ ਸੁਖਮਨੀ ਸਾਹਿਬ ਦੀਆਂ 8 ਅਸ਼ਟਪਦੀਆਂ ਗੁਰੂ ਕੇ ਸਿੱਖ ਨੇ ਪੜ੍ਹੀਆਂ, ਤੇ ਜਦੋਂ ਆ ਗਿਆ ਨਾ ਬ੍ਰਹਮ ਗਿਆਨੀ ਵਾਲੀ ਪੰਕਤੀ, ਬ੍ਰਹਮ ਗਿਆਨੀ ਵਾਲੀ ਪੌੜੀ, ਬ੍ਰਹਮ ਗਿਆਨੀ ਵਾਲੀ ਅਸ਼ਟਪਦੀ 'ਤੇ ਆਇਆ, ਕਹਿਣ ਲੱਗੇ ਇੰਨੇ ਚਿਰ ਨੂੰ ਉਬਲਦੇ ਪਾਣੀ ਨੇ ਸਾਰਾ ਸਰੀਰ ਵੱਖੋ ਵੱਖਰਾ ਕਰ ਦਿੱਤਾ, ਹੱਡ ਵੱਖਰੇ ਹੋ ਗਏ, ਮਾਸ ਵੱਖਰਾ ਪਾਣੀ ਵਿੱਚ ਤੈਰਨ ਲੱਗ ਪਿਆ, ਕੇਸ ਵੱਖਰੇ ਤੈਰਨ ਲੱਗ ਪਏ, ਸਰੀਰ ਦਾ ਵਜੂਦ ਹੀ ਕੋਈ ਨਹੀਂ ਰਹਿ ਗਿਆ। ਪਾਣੀ ਵਿੱਚ ਦੇਗਚੇ ਵਿੱਚ ਸਾਰਾ ਸਰੀਰ ਹੀ ਘੁਲ ਮਿਲ ਗਿਆ, ਨਹੀਂ ਪਤਾ ਲੱਗਦਾ ਸਰੀਰ ਦਾ, ਨਾ ਹੀ ਪਿੰਜਰ ਰਹਿ ਗਿਆ, ਪਿੰਜਰਾ ਵੀ ਸਾਰਾ ਪਾਣੀ ਵਿੱਚ ਟੁੱਟ ਗਿਆ। ਤੇ ਉਹ ਕਹਿਣ ਲੱਗੇ ਪਰ ਸਿੱਖ ਦੇ ਮੁਖੋਂ ਸ੍ਰੀ ਸੁਖਮਨੀ ਸਾਹਿਬ ਦਾ ਹੋਇਆ ਪਾਠ ਸ਼ੁਰੂ, ਪਰ ਉਸ ਪਾਠ ਨੂੰ ਕੋਈ ਨਹੀਂ ਬੰਦ ਕਰ ਸਕਿਆ। ਭਾਈ ਦਿਆਲਾ ਜੀ ਦੀ ਸ਼ਹੀਦੀ ਕੁਰਬਾਨੀ ਨੂੰ ਯਾਦ ਕਰਕੇ ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਆਮ ਇਹ ਬਚਨ ਕਰ ਦਿੰਦੇ, ਮੈਂ ਬਾਣੀ ਪੜ੍ਹਦਾ, ਮੈਂ ਬਾਣੀ ਸੁਣਦਾ ਹਾਂ, ਮੇਰੇ ਤੇ ਕਸ਼ਟ, ਮੇਰੇ ਤੇ ਦੁੱਖ ਦੂਰ ਨਹੀਂ ਹੋਏ, ਪਰ ਭਾਈ ਦਿਆਲਾ ਜੀ ਬਾਣੀ ਪੜ੍ਹਦੇ ਪਏ। ਗੁਰਮੁਖੋ, ਪਾਣੀ ਦੇ ਉਬਲਦੇ ਦੇਗਚੇ ਵਿੱਚ ਬੈਠੇ ਹੋਏ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਪੜ੍ਹਦੇ ਪਏ, ਸਾਰੇ ਸਰੀਰ ਦਾ ਮਾਸ, ਹੱਡ, ਚੰਮ ਜੋ ਵੀ ਹੈ ਪਾਣੀ ਵਿੱਚ ਘੁਲ ਗਿਆ, ਸਰੀਰ ਰਹਿ ਹੀ ਨਹੀਂ ਗਿਆ, ਪਰ ਸੁਖਮਨੀ ਸਾਹਿਬ ਦਾ ਪਾਠ ਬੰਦ ਨਹੀਂ ਹੋਇਆ। ਉਬਲਦੇ ਹੋਏ ਪਾਣੀ ਵਿੱਚੋਂ, ਦੇਗਚੇ ਵਿੱਚੋਂ ਹੁਣ ਇੱਕ ਨਹੀਂ ਕਈ ਆਵਾਜ਼ਾਂ ਆਉਣ ਲੱਗ ਪਈਆਂ। ਪਹਿਲਾਂ ਤਾਂ ਇੱਕ ਭਾਈ ਦਿਆਲਾ ਹੀ ਬਾਣੀ ਪੜ੍ਹਦਾ ਸੀ ਨਾ, ਹੁਣ ਸਾਰੇ ਸਰੀਰ ਦੇ ਰੋਮ ਰੋਮ ਦੇ ਵਿੱਚੋਂ ਕਹਿਣ ਲੱਗੇ ਦੇਗਚੇ ਵਿੱਚੋਂ ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਜਿਵੇਂ ਕਿਸੇ ਵੱਡੇ ਹਾਲ ਦੇ ਵਿੱਚ ਬਹੁਤੇ ਲੋਕ ਬੈਠੇ ਹੋਣ ਤੇ ਬਹੁਤੇ ਲੋਕ ਇਕੱਠੇ ਮਿਲ ਕੇ ਜਿਵੇਂ ਬਾਣੀ ਪੜ੍ਹਦੇ ਹੋਣ, ਇਸੇ ਤਰ੍ਹਾਂ ਆਵਾਜ਼ ਆਉਂਦੀ ਪਈ ਹੈ। ਬਾਣੀ ਪੜ੍ਹਦਿਆਂ ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ, ਇਹ ਬਚਨ ਆਪਣੇ ਮੁਖ ਤੋਂ ਪੜ੍ਹਦੇ ਪਏ। ਤੇ ਫਿਰ ਬਚਨ ਉਹਨਾਂ ਨੇ ਪੜ੍ਹ ਦਿੱਤਾ। ਸੁਖਮਨੀ ਸਾਹਿਬ ਨੂੰ ਪੜ੍ਹਦਿਆਂ ਹੋਇਆਂ ਕਹਿਣ ਲੱਗੇ ਭਾਈ ਇਹ ਸੁਖਮਨੀ ਸਾਹਿਬ ਦੀ ਬਾਣੀ ਅਸੀਂ ਕਮਾਈ ਹੈ ਜੀਵਨ ਦੇ ਵਿੱਚ। ਨਾਨਕ ਇਹ ਗੁਣ ਨਾਮ ਸੁਖਮਨੀ ਕਹਿ ਕੇ ਫਿਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ। ਇਸ ਤਰ੍ਹਾਂ ਗੁਰਮੁਖੋ ਭਾਈ ਦਿਆਲਾ ਜੀਆਂ ਦੀ ਸ਼ਹੀਦੀ ਜਿਹੜੀ ਹੈ ਨਾ, ਚਾਂਦਨੀ ਚੌਂਕ ਦਿੱਲੀ ਵਿਖੇ ਆਈ ਤੁਸੀਂ ਜਾਂਦੇ ਹੋ, ਸੀਸਗੰਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋ, ਜਿਹੜਾ ਸਾਹਮਣੇ ਚੌਂਕ ਬਣਿਆ ਉੱਥੇ ਭਾਈ ਮਤੀ ਦਾਸ ਦੀ, ਫਿਰ ਉੱਥੇ ਭਾਈ ਦਿਆਲਾ ਜੀਆਂ ਦੀ ਸ਼ਹੀਦੀ ਹੋਈ। ਇਸ ਤੋਂ ਅੱਗੇ ਫਿਰ ਭਾਈ ਸਤੀ ਦਾਸ ਜੀ ਦਾ ਨੰਬਰ ਆ ਗਿਆ। ਭਾਈ ਸਤੀ ਦਾਸ ਨੂੰ ਉਸ ਵੇਲੇ ਬੁਲਾਇਆ ਗਿਆ, ਆਖਿਆ ਗਿਆ ਹੁਣ ਤੁਸੀਂ ਕਰਾਮਾਤ ਦਿਖਾਓ। ਭਾਈ ਸਤੀ ਦਾਸ ਜੀ ਕਹਿਣ ਲੱਗੇ ਕਰਾਮਾਤ ਕਹਿਰ ਦਾ ਨਾਮ ਹੈ, ਸਾਨੂੰ ਸਾਡੇ ਗੁਰੂ ਵੱਲੋਂ ਮਨਾਹੀ ਕੀਤੀ ਗਈ ਹੈ।
ਅਸੀਂ ਕਰਾਮਾਤ ਨਹੀਂ ਵਿਖਾਵਾਂਗੇ। ਕਾਜੀ ਨੇ ਫਿਰ ਫਤਵਾ ਪੜ੍ਹਿਆ, ਇਹ ਸਿੱਖ ਨੂੰ ਕੀ ਸਜ਼ਾ ਦਿੱਤੀ ਜਾਵੇ, ਇਹ ਸਮੇਂ ਦੀ ਸਰਕਾਰ ਦਾ ਹੁਕਮ ਨਹੀਂ ਮੰਨਦਾ ਪਿਆ। ਤੇ ਕਾਜੀ ਨੇ ਸਜ਼ਾ ਲਾ ਦਿੱਤੀ, ਸਿੱਖ ਨੂੰ ਰੁੱਖ ਦੇ ਨਾਲ ਬੰਨ੍ਹ ਕੇ ਅਤੇ ਇਹਦੇ 4 ਚੁਫੇਰੇ ਰੂੰ ਲਪੇਟ ਕੇ, ਰੂੰ ਲੈ ਕੇ ਆਂਦੀ ਜਾਵੇ, ਰੂੰ ਲਿਆ ਕੇ ਇਹਦੇ ਸਰੀਰ ਦੇ ਨਾਲ ਬੰਨ੍ਹੀ ਜਾਵੇ ਸੰਗਲਾਂ ਦੇ ਨਾਲ। ਫਿਰ ਇਹ ਸਿੱਖ ਨੂੰ ਰੁੱਖ ਦੇ ਨਾਲ ਬੰਨ੍ਹਿਆ ਜਾਵੇ ਤਾਂ ਕਿ ਭੱਜ ਨਾ ਜਾਵੇ, ਕਿਸੇ ਬੰਨੇ ਦੌੜ ਨਾ ਜਾਵੇ। ਫਿਰ ਮਣਾ ਮੂੰਹੀ ਰੂਈ ਜਿਹੜੀ ਇਹਦੇ ਉੱਪਰ ਪਾ ਕੇ ਇਹਦੇ ਨਾਲ ਬੰਨ੍ਹ ਕੇ ਉਸ ਰੂਈ ਨੂੰ ਅੱਗ ਲਾ ਦਿਓ। ਹੁਣ ਸ਼ਹੀਦ ਕਰਨਾ ਤੇ ਤਲਵਾਰ ਦੇ ਇੱਕ ਝਟਕੇ ਨਾਲ ਵੀ ਹੋ ਸਕਦਾ ਹੈ, ਪਰ ਇਕੱਲਾ ਸ਼ਹੀਦ ਹੀ ਨਹੀਂ ਕਰਨਾ ਹੈ, ਅਸਲ ਵਿੱਚ ਡਰਾਉਣਾ ਵੀ ਹੈ। ਅਸਲ ਦੇ ਵਿੱਚ ਸਜ਼ਾ ਉਹ ਦੇਣੀ ਹੈ ਜਿਹਨੂੰ ਸੁਣ ਕੇ ਸਰੀਰ ਕੰਬ ਜਾਵੇ, ਬੁੱਧੀ ਕੰਬ ਜਾਵੇ। ਇਹ ਸਿੱਖ ਤੜਫ ਤੜਫ ਕੇ ਸ਼ਹੀਦ ਹੋਵੇ, ਇਹੋ ਜੀ ਸਜ਼ਾ ਦੇਣੀ ਹੈ। ਇਹ ਵਿਚਾਰ ਬਣਾ ਕੇ ਤਾਂ ਰੂਈ ਦੇ ਵਿੱਚ ਬੰਨ੍ਹਿਆ ਗਿਆ, ਕਿਉਂਕਿ ਰੂਈ ਨੂੰ ਲੱਗੀ ਹੋਈ ਅੱਗ ਆਪਾਂ ਆਮ ਹੀ ਵੇਖਦੇ ਹਾਂ ਕਿ ਯਕਦਮ ਇੱਕੇ ਵਾਰੀ ਅੱਗ ਨਹੀਂ ਲੱਗਦੀ ਹੈ, ਰੂਈ ਹੌਲੀ ਹੌਲੀ ਧੁਖਦੀ ਹੈ। ਜਿਵੇਂ ਰੂੜੀ ਨੂੰ ਅੱਗ ਲੱਗ ਜਾਵੇ ਨਾ, ਤੇ ਰੂੜੀ ਨੂੰ ਅੱਗ ਲੱਗੀ ਹੋਈ ਛੇਤੀ ਖਤਮ ਨਹੀਂ ਹੁੰਦੀ ਹੈ, ਉਹ ਧੁਖਦੀ ਰਹਿੰਦੀ, ਉਹ ਬਲਦੀ ਰਹਿੰਦੀ ਹੈ। ਇਸੇ ਤਰ੍ਹਾਂ ਰੂਈ ਨੂੰ ਅੱਗ ਤਾਂ ਲਾਏਗੀ, ਹੌਲੀ ਹੌਲੀ ਰੂਈ ਬਲੇਗੀ, ਸਿੱਖ ਦਾ ਸਰੀਰ ਹੌਲੀ ਹੌਲੀ ਸੜੇਗਾ। ਜਦੋਂ ਸਰੀਰ ਨੂੰ ਅੱਗ ਪਵੇਗੀ ਨਾ, ਪੈਰ ਸੜਨਗੇ, ਬਾਹਾਂ ਦਾ ਮਾਸ ਸੜੇਗਾ, ਲੱਤਾਂ ਦਾ ਮਾਸ ਸੜੇਗਾ, ਮੋਢਿਆਂ ਦਾ ਮਾਸ ਸੜੇਗਾ। ਉਸ ਵੇਲੇ ਸਿੱਖ ਚੀਕਾਂ ਮਾਰ ਕੇ ਆਖੇਗਾ ਵੀ ਮੈਂ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ। ਤਾਂ ਰੂਈ ਦੇ ਵਿੱਚ ਗੁਰਮੁਖੋ ਬੰਨ੍ਹ ਕੇ ਸ਼ਹੀਦ ਕਰਨ ਦਾ ਹੁਕਮ ਕਾਜੀ ਵੱਲੋਂ ਪੜ੍ਹਿਆ ਗਿਆ। ਭਾਈ ਸਤੀਦਾਸ ਜੀ ਆ ਗਏ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ, ਆ ਕੇ ਬੇਨਤੀ ਕਰਨ ਲੱਗੇ, ਪਾਤਸ਼ਾਹ ਮੇਰੀ ਸ਼ਹੀਦੀ ਜਿਹੜੀ ਹੈ ਰੂਈ ਦੇ ਵਿੱਚ ਬੰਨ੍ਹ ਕੇ ਹੋਣ ਲੱਗੀ ਹੈ, ਪਰ ਕਿਰਪਾ ਕਰੋ ਆਪ ਜੀ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੋ ਪਾਤਸ਼ਾਹ, ਮੇਰੀ ਸ਼ਹੀਦੀ ਚੜ੍ਹਦੀ ਕਲਾ ਵਿੱਚ ਹੋਵੇ, ਮੈਂ ਕਿਤੇ ਡੋਲ ਨਾ ਜਾਵਾਂ। ਇਹੋ ਜੀ ਕੁਰਬਾਨੀ ਕਰਨ ਵਾਲੇ ਗੁਰੂ ਕੇ ਸਿੱਖ ਜਦੋਂ ਬੜੀ ਭਾਵਨਾ ਨਾਲ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ, ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਸਤੀਦਾਸ ਜੀ ਆਪਣੇ ਮੁਖ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਉਸ ਨੂੰ ਪੜ੍ਹਿਓ, ਜਿਸ ਨੂੰ ਆਖਿਆ ਜਾਂਦਾ ਮੂਲ ਮੰਤਰ। ਆਖੋ ਮਿਲ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਬਚਨ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਖੋਂ ਨਿਕਲੇ। ਕਹਿਣ ਲੱਗੇ, ਸਤੀਦਾਸ ਤੂੰ ਇਸ ਬਾਣੀ ਦਾ ਪਾਠ ਕਰਦੇ ਰਹਿਣਾ ਹੈ, ਮੂਲ ਮੰਤਰ ਪੜ੍ਹਦਾ ਰਹੀਂ, ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ, ਤੇਰੀ ਸ਼ਹੀਦੀ ਚੜ੍ਹਦੀ ਕਲਾ ਵਿੱਚ ਪ੍ਰਾਪਤ ਹੋਵੇਗੀ। ਗੁਰਮੁਖੋ ਉਹ ਦਿਨ ਆ ਗਿਆ ਜਿਸ ਦਿਨ ਭਾਈ ਸਤੀਦਾਸ ਨੂੰ ਸ਼ਹੀਦ ਕਰਨਾ। ਰੁੱਖ ਦੇ ਨਾਲ ਬੰਨ੍ਹ ਕੇ ਬਹੁਤ ਸਾਰੀ ਰੂਈ ਬਾਜ਼ਾਰ ਵਿੱਚੋਂ ਮੰਗਾ ਕੇ ਭਾਈ ਸਤੀਦਾਸ ਦੇ 4 ਚੁਫੇਰੇ ਲਪੇਟ ਦਿੱਤੀ ਗਈ, ਸੰਗਲਾਂ ਦੇ ਨਾਲ 4 ਚੁਫੇਰਿਓਂ ਬੰਨ੍ਹਿਆ ਗਿਆ, ਕਿਤੇ ਇਹ ਰੂਈ ਨੂੰ ਪਰੇ ਨਾ ਕਰ ਦੇਵੇ, ਭੱਜ ਨਾ ਜਾਵੇ, ਰੁੱਖ ਦੇ ਨਾਲ ਬੰਨ੍ਹ ਦਿੱਤਾ। ਜਦੋਂ ਰੂਈ ਨੂੰ ਅੱਗ ਲਾਈ ਹੈ, ਭਾਈ ਸਤੀਦਾਸ ਦੇ ਮੁਖੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਪਦੇਸ਼, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਜਿਸ ਨੂੰ ਆਪਾਂ ਮੂਲ ਮੰਤਰ ਆਖਦੇ ਹਾਂ, ਸਿੱਖ ਆਪਣੇ ਮੁਖ ਤੋਂ ਜਪਣ ਲੱਗ ਪਿਆ। ਜਪਦਾ ਪਿਆ ਬੜੀ ਨਿਰਭੈਤਾ ਦੇ ਨਾਲ, ਬੜੀ ਨਿਡਰਤਾ ਦੇ ਨਾਲ, ਬੜੇ ਹੌਸਲੇ ਦੇ ਨਾਲ। ਅੱਗ ਬਲਦੀ ਹੈ, ਰੂਹ ਸੜਦੀ ਹੈ, ਰੂਹ ਸੜਨ ਦੇ ਨਾਲ ਨਾਲ ਸਰੀਰ ਵੀ ਸੜਦਾ ਪਿਆ ਹੈ, ਪਰ ਸਿੱਖ ਦੇ ਮੁਖੋਂ ਹਾਏ ਨਹੀਂ, ਸੀ ਨਹੀਂ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰੂ ਐਡਾ ਸਮਰੱਥ ਹੈ, ਸਿੱਖ ਨੂੰ ਇੰਨਾ ਤਾਕਤਵਰ ਅੰਦਰੋਂ ਕਰ ਦਿੰਦਾ ਹੈ, ਬਾਹਰੋਂ ਭਾਵੇਂ ਹਜ਼ਾਰਾਂ ਦੁੱਖ ਵੀ ਆ ਕੇ ਪੈ ਜਾਣ, ਅੰਦਰੋਂ ਤਾਕਤ ਇੰਨੀ ਹੋ ਜਾਂਦੀ ਹੈ ਕਿ ਉਹ ਦੁੱਖ ਜਿਹੜਾ ਦੁੱਖ ਹੋ ਕੇ ਲੱਗਦਾ ਹੀ ਨਹੀਂ ਹੈ, ਦੁੱਖ ਦਾਰੂ ਬਣ ਜਾਂਦਾ ਉਹਨਾਂ ਸਿੱਖਾਂ ਦੇ ਵਾਸਤੇ। ਸਤਿਗੁਰਾਂ ਦਾ ਬਚਨ ਮੂਲ ਮੰਤਰ ਦਾ ਪਾਠ ਕਰਦੇ ਪਏ ਭਾਈ ਸਤੀਦਾਸ ਜੀ, ਰੂਈ ਦੇ ਨਾਲ ਨਾਲ ਸਰੀਰ ਸੜਦਾ ਹੈ। ਸੜਦਿਆਂ ਸੜਦਿਆਂ ਕਹਿਣ ਲੱਗੇ, ਸਰੀਰ ਇੱਕ ਸਵਾਹ ਦੀ ਕਹਿਣ ਲੱਗੇ ਮੁੱਠ ਬਣ ਗਿਆ, ਇੱਕ ਸਵਾਹ ਦਾ ਨਿੱਕਾ ਜਿਹਾ ਢੇਰ ਰਹਿ ਗਿਆ, ਰੂਈ ਵੀ ਸੜ ਗਈ ਹੈ। ਭਾਈ ਸਤੀਦਾਸ ਦਾ ਸਾਰਾ ਸਰੀਰ ਇਸ ਅੱਗ ਦੇ ਵਿੱਚ, ਰੂਈ ਦੇ ਵਿੱਚ ਸੰਸਕਾਰਿਆ ਗਿਆ। ਪਰ ਉਸੇ ਤਰ੍ਹਾਂ ਜਿਵੇਂ ਪਹਿਲੀ ਵਾਰੀ ਮੁਖੋਂ ਮੂੰਹ ਤੋਂ ਮੂਲ ਮੰਤਰ ਦਾ ਜਾਪ ਨਿਕਲਿਆ, ਜਿੰਨਾ ਚਿਰ ਗੁਰਮੁਖੋ ਸਰੀਰ ਸਵਾਹ ਨਹੀਂ ਨਾ ਹੋ ਗਿਆ, ਸਵਾਹ ਦੀ ਮੁੱਠ ਨਹੀਂ ਬਣ ਗਈ, ਜਿੰਨਾ ਚਿਰ ਉਹ ਅੱਗ ਬਲਦੀ ਰਹੀ,
ਜਿੰਨਾ ਚਿਰ ਰੂਈ ਸੜਦੀ ਰਹੀ, ਜਿੰਨਾ ਚਿਰ ਸਰੀਰ ਸੜਦਾ ਰਿਹਾ, ਭਾਈ ਸਾਹਿਬ ਜੀ ਆਪਣੇ ਮੁਖ ਤੋਂ ਉਸੇ ਤਰ੍ਹਾਂ ਨਿਰੰਤਰ ਮੂਲ ਮੰਤਰ ਦਾ ਜਾਪ ਕਰਦੇ ਰਹੇ। ਐਸੇ ਗੁਰਸਿੱਖਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਇਹ ਦਾਤਾਂ ਨੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵਰਤਾਈਆਂ। ਇਹ ਕਰਾਮਾਤਾਂ ਨਹੀਂ ਤੇ ਹੋਰ ਕੀ ਨੇ, ਇਹ ਬਖਸ਼ਿਸ਼ਾਂ ਨਹੀਂ ਤੇ ਫਿਰ ਹੋਰ ਕੀ ਨੇ। ਐਸੀਆਂ ਬਖਸ਼ਿਸ਼ਾਂ ਕਰਕੇ ਚੜ੍ਹਦੀ ਕਲਾ ਦੀ ਸ਼ਹੀਦੀ ਇਹਨਾਂ ਤਿੰਨਾਂ ਗੁਰਸਿੱਖਾਂ ਦੀ ਹੋਈ ਹੈ। ਇਹਦੇ ਤੋਂ ਬਾਅਦ ਵਿੱਚ 2 ਸਿੱਖ ਮਹਾਰਾਜ ਦੇ ਕੋਲ ਹੋਰ ਨੇ, ਵਿਦਵਾਨਾਂ ਨੇ ਉਹਨਾਂ ਦੇ ਨਾਮ ਲਿਖੇ ਨੇ, ਭਾਈ ਉਦੈ ਸਿੰਘ ਤੇ ਭਾਈ ਸਾਹਿਬ ਸਿੰਘ। ਸੋ ਇਹ ਸਿੱਖ ਹਾਲੇ ਮਹਾਰਾਜ ਦੇ ਨਾਲ ਨੇ ਤੇ ਉਹਨਾਂ ਦੀ ਸ਼ਹੀਦੀ ਕਿਵੇਂ ਹੁੰਦੀ ਹੈ ਜਾਂ ਮਹਾਰਾਜ ਉਹਨਾਂ ਨੂੰ ਕੀ ਬਚਨ ਬਖਸ਼ਿਸ਼ ਕਰਦੇ, ਉਹ ਫਰਮਾਉਂਦੇ ਹਨ। ਪਹਿਰੂ ਖਰੇ ਸ਼ਸਤਰ ਕਰ ਧਾਰੇ। ਇਹਨਾਂ ਸਿੱਖਾਂ ਦੇ ਪੈਰਾਂ ਦੇ ਵਿੱਚ ਸੰਗਲ, ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ, ਬੱਧੇ ਹੋਏ। ਇਹਨਾਂ ਸਿੱਖਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਹੁਕਮ ਦਿਓ, ਸਾਡੇ ਤੇ ਵੀ ਕਿਰਪਾ ਕਰੋ, ਅਸੀਂ ਵੀ ਸ਼ਹੀਦੀ ਪਾਉਣੀ ਚਾਹੁੰਦੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਤੁਹਾਡੀ ਹਾਲੇ ਪਰਾਰਬਧ ਬਾਕੀ ਹੈ। ਤੁਸੀਂ ਹਾਲੇ ਜਿਹੜਾ ਭੋਜਨ ਪ੍ਰਸ਼ਾਦਾ ਅਕਾਲ ਪੁਰਖ ਨੇ ਤੁਹਾਡੇ ਕਰਮਾਂ 'ਚ ਲਿਖਿਆ, ਉਹ ਹਾਲੇ ਤੁਸੀਂ ਛਕਣਾ ਹੈ। ਹਾਲੇ ਤੁਹਾਡੇ ਕਰਮਾਂ 'ਚ ਮਿਲੇ ਹੋਏ ਸਵਾਸ ਬਾਕੀ ਨੇ, ਉਹ ਤੁਸੀਂ ਅਜੇ ਪ੍ਰਾਪਤ ਕਰਨੇ ਨੇ। ਹਾਲੇ ਤੁਹਾਡੀ ਪਰਾਰਬਧ ਖਤਮ ਨਹੀਂ ਹੋਈ ਹੈ। ਇਸ ਕਰਕੇ ਤੁਹਾਨੂੰ ਇਹ ਸ਼ਹੀਦੀ ਦਾ ਸਮਾਂ ਹੁਣ ਪ੍ਰਦਾਨ ਨਹੀਂ ਹੋਵੇਗਾ। ਫਿਰ ਸਤਿਗੁਰੂ ਸਾਨੂੰ ਕੀ ਆਗਿਆ ਹੈ? ਪਾਤਸ਼ਾਹ ਕਹਿਣ ਲੱਗੇ, ਤੁਸੀਂ ਚਲੇ ਜਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਾ ਕੇ ਉੱਥੇ ਇੱਥੋਂ ਦਾ ਸਾਰਾ ਵਾਤਾਵਰਣ ਜੋ ਵੀ ਇੱਥੇ ਵਾਪਰਿਆ ਸਾਕਾ ਸਾਰਾ ਜਾ ਕੇ ਦੱਸ ਦਿਓ। ਇਹ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ, ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ, ਜੇਲ੍ਹ ਦੇ ਦਰਵਾਜ਼ੇ ਬੰਦ ਨੇ, ਬੜੇ ਵੱਡੇ ਜੰਦਰੇ ਲੱਗੇ ਹੋਏ, ਪਾਤਸ਼ਾਹ ਜੇਲ੍ਹ ਵਿੱਚੋਂ ਕਿਵੇਂ ਨਿਕਲ ਸਕਦੇ ਆ? ਇਹ ਬੇਨਤੀ ਕਰਦੇ ਹਨ। ਹੈ ਅਸੰਜਤ ਪੌਰ ਕਿਵਾਰੇ। ਸਤਿਗੁਰੂ ਪਾਤਸ਼ਾਹ ਦਰਵਾਜ਼ੇ, ਪੌੜੀਆਂ ਸਾਰੇ ਬੰਦ ਨੇ, ਜੰਦਰੇ ਲੱਗੇ ਹੋਏ ਹਨ। ਟਾਰ ਸ਼੍ਰਿੰਖਲਾ ਤਾਰੋ ਮਾਰੇ। ਵੱਡੇ ਸੰਗਲ ਮਾਰ ਕੇ ਤੇ ਸਾਨੂੰ ਸੰਗਲਾਂ ਦੇ ਨਾਲ, ਜੰਦਰਿਆਂ ਦੇ ਨਾਲ ਇਹਨਾਂ ਮੁਗਲਾਂ ਨੇ ਬੱਧਾ ਹੋਇਆ ਹੈ। ਕਿਮ ਆਪ ਨਿਕਸਨ ਬਣਾ ਹਮਾਰੋ। ਸਤਿਗੁਰੂ ਸਾਡਾ ਨਿਕਲਣਾ ਕਿਵੇਂ ਹੋ ਸਕਦਾ ਹੈ? ਅਸੀਂ ਤੇ ਚਾਹੁੰਦੇ ਹਾਂ ਵੀ ਇੱਥੇ ਕੁਰਬਾਨੀ ਕਰੀਏ, ਸ਼ਹੀਦੀ ਦਈਏ, ਪਰ ਆਪ ਜੀ ਦਾ ਬਚਨ ਵੀ ਟਾਲਿਆ ਨਹੀਂ ਜਾ ਸਕਦਾ, ਮੋੜਿਆ ਨਹੀਂ ਜਾ ਸਕਦਾ। ਪਾਤਸ਼ਾਹ ਫਿਰ ਜੇ ਆਪ ਜੀ ਕਹਿੰਦੇ ਹੋ ਵੀ ਅਸੀਂ ਚਲੇ ਜਾਈਏ, ਪਰ ਮਹਾਰਾਜ ਜਾਈਏ ਕਿਵੇਂ? ਇਹਨਾਂ ਸੰਗਲਾਂ ਦੇ ਨਾਲ ਸਾਨੂੰ ਬੱਧਾ ਹੋਇਆ ਹੈ। ਮਰਬੋ ਹੋਏ ਹੈ ਹਿਰਦੇ ਵਿਚਾਰੋ। ਤੇ ਅਸੀਂ ਤੇ ਵਿਚਾਰਦੇ ਹਾਂ ਵੀ ਅਸੀਂ ਸ਼ਹੀਦੀ ਦਈਏ, ਅਸੀਂ ਕੁਰਬਾਨੀ ਕਰੀਏ। ਸਾਡੇ ਮਨ ਦੀ ਤੇ ਮਨਸ਼ਾ ਇਹ ਹੈ, ਪਰ ਮਹਾਰਾਜ ਤੁਹਾਡਾ ਬਚਨ ਮੰਨਣਾ ਵੀ ਜ਼ਰੂਰੀ ਹੈ। ਜੇ ਆਪ ਜੀ ਹੁਕਮ ਕਰਦੇ ਤੇ ਅਸੀਂ ਜਾਣ ਨੂੰ ਵੀ ਤਿਆਰ ਹਾਂ, ਪਰ ਪਾਤਸ਼ਾਹ ਹੁਣ ਜਾਣ ਵਾਸਤੇ ਰਸਤਾ ਕੋਈ ਨਹੀਂ ਬਚਿਆ, ਸਾਰੇ ਰਸਤੇ ਬੰਦ ਹਨ। ਸੁਨ ਸ਼੍ਰੀ ਤੇਗ ਬਹਾਦਰ ਭਾਖਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੁਣੇ ਨਾ ਸਿੱਖਾਂ ਦੇ ਬਚਨ, ਤੇ ਗੁਰੂ ਪਾਤਸ਼ਾਹ ਸੁਣ ਕੇ ਕਹਿਣ ਲੱਗੇ ਹਨ, ਕਹੋ ਜਥਾ ਪੁਰੀਆ ਬਲਾਖਾ। ਮਹਾਰਾਜ ਕਹਿਣ ਲੱਗੇ, ਜਿਵੇਂ ਤੁਹਾਡੀ ਇੱਛਾ ਨਾ ਗੁਰੂ ਕੇ ਸਿੱਖੋ, ਉਵੇਂ ਹੀ ਪੂਰੀ ਹੋਵੇਗੀ, ਫਿਕਰ ਕੋਈ ਨਾ ਕਰੋ। ਇਹ ਤੁਹਾਨੂੰ ਸੰਗਲ, ਇਹ ਜੰਦਰੇ, ਇਹ ਜੇਲਾਂ ਤੁਹਾਨੂੰ ਰੋਕ ਨਹੀਂ ਸਕਣਗੀਆਂ। ਤੁਹਾਡੀ ਇੱਛਾ ਅਸੀਂ ਪੂਰੇ ਕਰਦੇ ਹਾਂ। ਬੰਧਨ ਪਾਇਨ ਤੇ ਛੁੱਟ ਜਾ ਹੈ। ਇਹ ਤੁਹਾਡੇ ਜਿਹੜੇ ਬੰਧਨ ਪੈ ਜਾਂਦੇ ਨਾ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ, ਦਰਵਾਜ਼ਿਆਂ ਨੂੰ ਜੰਦਰੇ ਲੱਗੇ ਹੋਏ, ਇਹ ਸਾਰੇ ਟੁੱਟ ਜਾਣਗੇ, ਕੋਈ ਵੀ ਤੁਹਾਨੂੰ ਰੋਕ ਨਹੀਂ ਸਕੇਗਾ। ਸਗਰੇ ਪੌਰ ਕਿਵਾਰ ਖੁੱਲੇ ਹੈ। ਤੇ ਜਿੰਨੇ ਦਰਵਾਜ਼ੇ ਨੇ ਆਪਣੇ ਆਪ ਹੀ ਖੁੱਲ ਜਾਣਗੇ, ਸਾਰੇ ਦਰਵਾਜ਼ੇ ਖੁੱਲ ਜਾਣਗੇ। ਇਹ ਆਪਾਂ ਇਤਿਹਾਸ ਦੁਆਪਰ ਯੁੱਗ ਦੇ ਵਿੱਚ ਜਦੋਂ ਕੰਸ ਨਾਮ ਦੇ ਰਾਜੇ ਨੇ ਭਗਵਾਨ ਕ੍ਰਿਸ਼ਨ ਜੀਆਂ ਦੇ ਮਾਤਾ ਪਿਤਾ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ, ਕਹਿਣ ਲੱਗੇ ਜਦੋਂ ਅੰਮ੍ਰਿਤ ਵੇਲੇ ਜਾਂ ਅੱਧੀ ਰਾਤ ਨੂੰ ਭਗਵਾਨ ਕ੍ਰਿਸ਼ਨ ਜੀਆਂ ਦਾ ਅਵਤਾਰ ਹੋਇਆ, ਤੇ ਉਸ ਵੇਲੇ ਸਾਰੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ, ਸੰਗਲ ਆਪਣੇ ਆਪ ਖੁੱਲ੍ਹ ਗਏ, ਅਤੇ ਭਗਵਾਨ ਜੀ ਦੇ ਪਿਤਾ ਜੀ ਉਸ ਵੇਲੇ ਚੋਕੇ ਦੇ ਨੇੜੇ ਦੇ ਪਿੰਡ ਉਹਨਾਂ ਨੂੰ ਜਮਨਾ ਪਾਰ ਕਰਕੇ ਛੱਡ ਆਏ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਚਨ ਕਰਦੇ, ਕਹਿਣ ਲੱਗੇ, ਗੁਰੂ ਕਿਉ ਸਿੱਖੋ, ਜੇ ਤੁਹਾਡੇ ਜਾਣ ਦੀ ਮਨਸ਼ਾ ਤੁਸੀਂ ਰੱਖਦੇ ਹੋ, ਇਹ ਸੰਗਲ ਤੇ ਜੰਦਰੇ ਤੁਹਾਨੂੰ ਰੋਕ ਨਹੀਂ ਪਾਉਣਗੇ। ਸੋ ਇਹ ਸਾਰੇ ਆਪਣੇ ਆਪ ਖੁੱਲ੍ਹ ਜਾਣਗੇ, ਤੁਹਾਡੇ ਜਾਣ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਚੌਕੀਦਾਰ ਨਾ ਦੇਖਾ ਕੋਈ। ਤੇ ਤੁਹਾਨੂੰ ਕੋਈ ਵੀ ਚੌਕੀਦਾਰ, ਪਹਿਰੇਦਾਰ, ਜਿੰਨੇ ਸਿਪਾਹੀ ਲੱਗੇ ਹੋਏ, ਨਿਗਰਾਨੀ ਕਰਨ ਵਾਲੇ, ਕੋਈ ਵੀ ਤੁਹਾਨੂੰ ਵੇਖ ਨਹੀਂ ਸਕੇਗਾ। ਤੁਸੀਂ ਕਿਸੇ ਨੂੰ ਦਿਖਾਈ ਨਹੀਂ ਦੇਵੋਗੇ, ਤੁਸੀਂ ਸਾਰਿਆਂ ਨੂੰ ਵੇਖ ਲਓਗੇ, ਪਰ ਤੁਹਾਨੂੰ ਕੋਈ ਨਹੀਂ ਵੇਖ ਸਕੇਗਾ। ਤੁਸੀਂ ਆਪਣੀ ਮੌਜ ਨਾਲ ਜਾ ਸਕਦੇ ਹੋ। ਚਲੇ ਜਾਓ ਜਿਸ ਇੱਛਾ ਹੋਈ। ਜਿਹਦੀ ਇੱਛਾ ਹੈ ਨਾ, ਚਲੇ ਜਾਓ ਅਤੇ ਗੁਰਬਾਣੀ ਦਾ ਬਚਨ ਪੜ੍ਹੋ। ਕਾਟੀ ਹੀ ਬੇੜੀ ਪਗੋ ਤੇ ਗੁਰ ਕੀਨੀ ਬੰਦ ਖਲਾਸ। ਇਹ ਗੁਰਬਾਣੀ ਦਾ ਬਚਨ ਹੈ।
ਸਤਿਗੁਰੂ ਕਹਿਣ ਲੱਗੇ ਜਦੋਂ ਜਾਣ ਦੀ ਇੱਛਾ ਰੱਖੋਗੇ ਨਾ ਵੀ ਹੁਣ ਜਾਣ ਨੂੰ ਮਨ ਕਰਦਾ, ਗੁਰਬਾਣੀ ਦੀ ਇਹ ਪੰਕਤੀ ਪੜ੍ਹਦੇ ਹੋ ਕਿ ਕਾਟੀ ਬੇਰੀ ਪਗੋ ਤੇ ਗੁਰ ਕੀਨੀ ਬੰਦ ਖਲਾਸ। ਜਦੋਂ ਇਹ ਬਾਣੀ ਦੀ ਪੰਕਤੀ ਪੜ੍ਹੋਗੇ ਨਾ, ਤੁਹਾਡੀਆਂ ਉਹ ਜਿਹੜੀਆਂ ਬੇੜੀਆਂ ਪੈਰਾਂ ਨੂੰ ਪਈਆਂ ਹੋਈਆਂ, ਹੱਥਕੜੀਆਂ ਲੱਗੀਆਂ ਹੋਈਆਂ, ਬੰਦ ਦਰਵਾਜ਼ੇ ਸਾਰੇ ਆਪਣੇ ਆਪ ਖੁੱਲ੍ਹ ਜਾਣਗੇ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਉਸ ਵੇਲੇ ਸਿੱਖਾਂ ਨੇ ਆਖਿਆ ਠੀਕ ਹੈ ਮਹਾਰਾਜ ਜੀ। ਜਦੋਂ ਜਾਣ ਦਾ ਮਨ ਬਣਿਆ ਤੇ ਸਿੱਖਾਂ ਨੇ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਕਰਕੇ ਅਰਦਾਸ ਇਹ ਗੁਰਬਾਣੀ ਦੀ ਪੰਕਤੀ ਪੜ੍ਹ ਦਿੱਤੀ। ਕੱਟ ਹੀ ਬੇੜੀ ਪਗੋਂ ਤੇ, ਪੈਰਾਂ ਦੇ ਵਿੱਚੋਂ ਬੇੜੀਆਂ ਸਤਿਗੁਰੂ ਕੱਟ ਦਿੰਦੇ, ਗੁਰ ਕੀਨੀ ਬੰਦ ਖਲਾਸ, ਬੰਧਨਾਂ ਤੋਂ ਗੁਰੂ ਖਲਾਸੀ ਕਰਾ ਦਿੰਦਾ, ਆਜ਼ਾਦੀ ਕਰਵਾ ਦਿੰਦਾ ਹੈ। ਜਦੋਂ ਇਹ ਗੁਰਬਾਣੀ ਦੀ ਪੰਕਤੀ ਪੜ੍ਹੀ ਗੁਰਮੁਖੋ, ਉਸੇ ਵੇਲੇ ਪੈਰਾਂ ਦੀਆਂ ਬੇੜੀਆਂ ਟੁੱਟ ਗਈਆਂ, ਹੱਥਾਂ ਦੀਆਂ ਹੱਥਕੜੀਆਂ ਟੁੱਟ ਕੇ ਥੱਲੇ ਡਿੱਗ ਪਈਆਂ, ਜਿੰਨੇ ਸੰਗਲ ਸਨ ਸਾਰੇ ਟੁੱਟ ਕੇ ਪੈਰਾਂ ਵਿੱਚ ਡਿੱਗ ਪਏ, ਜਿੰਨੀਆਂ ਜੇਲ੍ਹਾਂ ਦੇ ਦਰਵਾਜ਼ੇ ਬੰਦ ਸਨ ਆਪਣੇ ਆਪ ਖੁੱਲ੍ਹ ਗਏ। ਐਸੀ ਰਹਿਮਤ ਮਹਾਰਾਜ ਜੀਆਂ ਨੇ ਆਪਣੇ ਇਹਨਾਂ ਸਿੱਖਾਂ ਦੇ ਉੱਪਰ ਕੀਤੀ ਹੈ। ਗੁਰੂ ਬਦਨ ਤੇ ਨਿਕਸੇ ਬੈਨ, ਸਤਿਗੁਰਾਂ ਦੇ ਬਚਨ ਜਿਹੜੇ ਗੁਰਬਾਣੀ ਵਿੱਚ ਲਿਖੇ ਹੋਏ ਜੁਗੋ ਜੁਗੇ ਅਟਲ ਨੇ। ਜਦੋਂ ਇਹ ਬਚਨ ਸਿੱਖਾਂ ਨੇ ਆਪਣੇ ਮੁਖ ਤੋਂ ਗਾਏ, ਆਪਣੇ ਮੁਖ ਤੋਂ ਕਹੇ ਤੇ ਕਹਿਣ ਲੱਗੇ ਉਸ ਵੇਲੇ ਇਹ ਸਭ ਕੁਝ ਉਸ ਵੇਲੇ ਪ੍ਰਾਪਤ ਹੋਇਆ ਹੈ। ਪਿੱਖਿਓ ਤਿਨੋ ਪਗ ਬੰਧਨ ਹੈ ਨ, ਉਸ ਵੇਲੇ ਸਿੱਖਾਂ ਨੇ ਵੇਖਿਆ ਇਹ ਕੀ ਬਣਿਆ ਹੈ। ਇੰਨੇ ਮੋਟੇ ਸੰਗਲ ਜਿਨ੍ਹਾਂ ਨਾਲ ਹਾਥੀ ਵੀ ਬੰਨ੍ਹ ਕੇ ਖਿਲਾਰਿਆ ਜਾ ਸਕਦਾ ਹੈ, ਉਹ ਸੰਗਲ ਬਿਨਾਂ ਤੋੜਨ ਤੋਂ ਆਪਣੇ ਆਪ ਟੁੱਟ ਗਏ। ਵੱਡੀਆਂ ਮੋਟੇ ਲੋਹੇ ਦੀਆਂ ਬਣੀਆਂ ਬੇੜੀਆਂ ਆਪਣੇ ਆਪ ਟੁੱਟ ਕੇ ਪੈਰਾਂ ਵਿੱਚ ਡਿੱਗ ਪਈਆਂ। ਇਹ ਅਚੰਭਾ ਦੇਖ ਕੇ, ਕੌਤਕ ਦੇਖ ਕੇ ਸਿੱਖ ਬੜੇ ਹੈਰਾਨ ਹੋਏ ਹਨ। ਤਾਰੇ ਛੁੱਟ ਕਰ ਖੁੱਲੇ ਕਿਵਾਰ, ਜਿਹੜੇ ਦਰਵਾਜ਼ੇ ਬੰਦ ਸਨ ਜੇਲ੍ਹਾਂ ਦੇ, ਜੇਲ੍ਹ ਦੇ ਤਖਤੇ, ਦਰਵਾਜ਼ੇ ਲੋਹੇ ਦੇ ਬੰਦ, ਉਹ ਸਾਰੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ ਹਨ। ਪਰਿਓ ਪਾਹਰੂ ਨੀਂਦ ਮਝਾਰਾ, ਤੇ ਜਿਹੜੇ ਪਹਿਰੇਦਾਰ ਸਨ ਸਿਪਾਹੀ ਬਰਸ਼ੇ ਫੜ ਕੇ, ਬੰਦੂਕਾਂ ਫੜ ਕੇ, ਨੰਗੀਆਂ ਤਲਵਾਰਾਂ ਫੜ ਕੇ ਖਲੋਤੇ ਹੋਏ ਪਹਿਰਾ ਦੇਣ ਵਾਸਤੇ, ਉਹ ਸਾਰਿਆਂ ਨੂੰ ਕਹਿੰਦੇ ਉਸ ਵੇਲੇ ਨੀਂਦ ਆ ਗਈ, ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ, ਸਾਰੇ ਹੀ ਸੁਸਰੀ ਵਾਂਗੂ ਸੌਂ ਗਏ ਹਨ। ਉਮਗੇ ਨਿਕਸਨ ਕੋ ਸਿਕਤੀਨ, ਇਹ ਜਿਹੜੇ ਸਿੱਖ ਨੇ ਇਹ ਹੁਣ ਬਾਹਰ ਨਿਕਲਣ ਵਾਸਤੇ ਤੁਰੇ ਨੇ। ਮਹਾਰਾਜ ਦੇ ਨਾਲ 5 ਸਿੱਖ ਸਨ। 6ਵੇਂ ਪਾਤਸ਼ਾਹ ਆਪ ਸਨ ਜਦੋਂ ਆਗਰੇ ਵਿੱਚ ਗ੍ਰਿਫਤਾਰੀ ਦਿੱਤੀ ਹੈ। ਹੁਣ ਦਿੱਲੀ ਦੇ ਵਿੱਚ ਆ ਕੇ ਇੱਕ ਭਾਈ ਮਤੀ ਦਾਸ ਸ਼ਹੀਦੀ ਪਾ ਗਏ, ਇੱਕ ਭਾਈ ਦਿਆਲਾ ਜੀ ਸ਼ਹੀਦੀ ਪਾ ਗਏ, ਇੱਕ ਭਾਈ ਸਤੀ ਦਾਸ ਦੀ ਸ਼ਹੀਦੀ ਪਾ ਗਏ। ਇਹਨਾਂ ਤਿੰਨਾਂ ਸਿੰਘਾਂ ਦੇ ਸ਼ਹੀਦ ਹੋਣ ਜਾਣ ਮਗਰੋਂ ਹੁਣ 2 ਸਿੱਖ ਮਹਾਰਾਜ ਦੇ ਬਾਕੀ ਨੇ। ਪਰ ਸਤਿਗੁਰਾਂ ਦਾ ਹੁਕਮ ਸੀ ਵੀ ਤੁਸੀਂ ਹਾਲੇ ਸ਼ਹੀਦੀ ਨਹੀਂ ਦੇਣੀ, ਹਾਲੇ ਤੁਹਾਡੀ ਪਰਾਰਬਧ ਬਾਕੀ ਹੈ, ਤੁਸੀਂ ਹਾਲੇ ਹੋਰ ਕਈ ਕਾਰਜ ਕਰਨੇ ਨੇ। ਜਾਓ ਜਾ ਕੇ ਅਨੰਦਪੁਰ ਸਾਹਿਬ ਦੇ ਵਿੱਚ ਸੁਨੇਹਾ ਦੇ ਦਿਓ, ਇੱਥੋਂ ਦਾ ਸਾਰਾ ਵਾਤਾਵਰਣ ਸੁਣਾ ਦਿਓ। ਇਹ ਬਚਨ ਮੰਨ ਕੇ 2 ਸਿੱਖ ਜਿਹੜੇ ਨੇ ਉਸ ਵੇਲੇ ਜੇਲ੍ਹ ਤੋਂ ਬਾਹਰ ਨਿਕਲਣ ਵਾਸਤੇ ਤਿਆਰ ਹੋਏ ਹਨ। ਗੁਰ ਪਗ ਪਰ ਤਬ ਬੰਧਨ ਕੀਨ, ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਫਿਰ ਨਮਸਕਾਰ ਕੀਤੀ ਹੈ। ਪਹੁੰਚਾ ਰਾਬਰ ਕੇ ਸੁਤ ਪਾਸ, ਤੇ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਅਨੰਦਪੁਰ ਸਾਹਿਬ ਚੱਲੇ ਆ, ਤੁਹਾਡੇ ਪੁੱਤਰ ਗੋਬਿੰਦ ਰਾਏ ਜੀ ਉੱਥੇ ਸਾਨੂੰ ਮਿਲਣਗੇ, ਆਪ ਜੀ ਕਿਰਪਾ ਕਰੋ, ਕੋਈ ਸੁਨੇਹਾ ਦੇਣਾ ਚਾਹੁੰਦੇ, ਕੋਈ ਬਚਨ ਦੱਸਣਾ ਚਾਹੁੰਦੇ ਪਰਿਵਾਰ ਨੂੰ ਤੇ ਸਾਨੂੰ ਦੱਸ ਦਿਓ, ਅਸੀਂ ਜਾ ਕੇ ਸੁਨੇਹਾ ਦੇ ਦਿਆਂਗੇ। ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਹੈ। ਕਹਾਂ ਸੰਦੇਸ਼ਾ ਕਰੈ ਪ੍ਰਕਾਸ਼, ਮਹਾਰਾਜ ਕੀ ਜਾ ਕੇ ਉਹਨਾਂ ਨੂੰ ਆਖੀਏ ਤੁਹਾਡੇ ਵੱਲੋਂ ਆਪ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਬਚਨ ਕਰਨਾ ਚਾਹੁੰਦੇ ਹੋ, ਇਹ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਸਰਵ ਕਲਾ ਸਮਰੱਥ ਗੁਣ ਖਾਨੀ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਸਾਰੀਆਂ ਕਲਾ ਸਮਰੱਥ ਹੋ, ਗੁਣਾਂ ਦੀ ਖਾਨ ਹੋ ਪਾਤਸ਼ਾਹ, ਜੋ ਆਪ ਜੀ ਚਾਹੋ ਕਰ ਸਕਦੇ ਹੋ। ਕਹਾਂ ਰਚੋ ਕੋ ਸਕੈ ਨ ਜਾਨੀ, ਮਹਾਰਾਜ ਆਪ ਜੀ ਨੇ ਕਰਨਾ ਕੀ ਹੈ ਇਸ ਗੱਲ ਨੂੰ ਜਾਣਦਾ ਕੋਈ ਨਹੀਂ ਹੈ। ਅਸੀਂ ਤੁੱਛ ਬੁੱਧੀ ਵਾਲੇ ਲੋਕ, ਮੈਲੇ ਮਨਾਂ ਵਾਲੇ ਲੋਕ, ਮਾੜੀ ਸੋਚ ਵਾਲੇ ਲੋਕ ਸਤਿਗੁਰਾਂ ਦੇ ਗੁਣਾਂ ਨੂੰ ਜਾਣ ਨਹੀਂ ਸਕਦੇ ਵੀ ਮਹਾਰਾਜ ਨੇ ਕੀ ਕਰ ਦੇਣਾ ਹੈ। ਆਪਣੀ ਗਾਤ ਤੁਮ ਜਾਣੋ ਆਪੇ, ਸਤਿਗੁਰੂ ਜੀ ਆਪਣੀ ਗਤ ਮਰਿਆਦਾ ਤੁਸੀਂ ਆਪ ਹੀ ਜਾਣਦੇ ਹੋ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਆਪਣੀ ਗਤ ਤੇ ਮਿਤ ਨੂੰ ਆਪੇ ਜਾਣਦੇ, ਮਰਿਆਦਾ ਵੀ ਆਪਣੀ ਆਪ ਜਾਣਦੇ, ਕਿਹਨੂੰ ਮੁਕਤੀ ਦੇਣੀ ਹੈ, ਕਿਹਨੂੰ ਬਖਸ਼ਿਸ਼ਾਂ ਕਰਨੀਆਂ, ਇਹ ਸਾਰੀਆਂ ਦਾਤਾਂ ਨੂੰ ਆਪ ਜਾਣਨ ਵਾਲੇ ਹੋ। ਹਰਖ ਨਾ ਸ਼ੋਕ ਰੰਚ ਭਰ ਵਿਆਪੇ, ਮਹਾਰਾਜ ਆਪ ਜੀਆਂ ਨੂੰ ਪਦਾਰਥ ਆਉਣ ਦੀ ਕੋਈ ਖੁਸ਼ੀ ਨਹੀਂ ਹੈ, ਪਦਾਰਥ ਜਾਣ ਦਾ ਕੋਈ ਗਮ ਨਹੀਂ ਹੈ, ਨਾ ਆਪ ਜੀ ਨੂੰ ਖੁਸ਼ੀ ਹੈ ਨਾ ਗਮੀ ਹੈ, ਅਤੇ ਇਸ ਤਰ੍ਹਾਂ ਦਾ ਕੋਈ ਵੀ ਡਰ ਆਪ ਜੀਆਂ ਨੂੰ ਥੋੜਾ ਜਿੰਨਾ ਵੀ ਆਪ ਜੀ ਦੇ ਨੇੜੇ ਨਹੀਂ ਆਉਂਦਾ ਹੈ। ਅੰਪਰ ਕਿਰਪਾ ਧਾਰ ਮੁਚਵਾਏ, ਸਤਿਗੁਰੂ ਇਹ ਸਾਡੇ ਤੇ ਕਿਰਪਾ ਕੀਤੀ ਹੈ, ਜੋ ਆਪ ਜੀਆਂ ਨੇ ਸਾਡੇ ਬੰਧਨ ਤੁੜਾ ਦਿੱਤੇ, ਖੋਲ ਦਿੱਤੇ ਤੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਕੱਢਿਆ, ਇਹ ਆਪ ਜੀ ਨੇ ਕਿਰਪਾ ਕੀਤੀ ਹੈ। ਕਹਿਮ ਤੁਮਰੇ ਘਰ ਭਾਖਾਂ ਜਾਏ, ਮਹਾਰਾਜ ਆਪ ਜੀ ਦੇ ਘਰ ਆਪ ਜੀ ਦੀ ਬਿਰਧ ਮਾਤਾ ਘਰ ਵਿੱਚ ਬੈਠੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਵੇਂ ਸ਼ਹੀਦੀ ਪਾ ਰਹੇ ਪਰ ਹਾਲੇ ਬਿਰਧ ਮਾਤਾ ਘਰ ਦੇ ਵਿੱਚ ਹੈ।
ਆਪ ਜੀ ਦੀ ਮਾਤਾ ਨਾਨਕੀ ਜੀ ਨੂੰ ਜਾ ਕੇ ਕੀ ਬਚਨ ਕਹੀਏ, ਆਪ ਜੀ ਦੀ ਧਰਮ ਸੁਪਤਨੀ ਸਾਹਿਬ ਮਾਤਾ ਗੁਜਰੀ ਜੀਆਂ ਨੂੰ ਕੀ ਜਾ ਕੇ ਆਖੀਏ, ਆਪ ਜੀਆਂ ਦੇ ਸੁਪੁੱਤਰ ਸਾਹਿਬ ਗੋਬਿੰਦ ਰਾਏ ਜੀਆਂ ਨੂੰ ਜਾ ਕੇ ਕੀ ਅਸੀਂ ਆਖੀਏ। ਆਪ ਜੀ ਕਿਰਪਾ ਕਰਕੇ ਸਾਨੂੰ ਸੁਨੇਹਾ ਦੇ ਦਿਓ ਅਤੇ ਸੰਗਤਾਂ ਸਿੱਖਾਂ ਨੂੰ ਜਾ ਕੇ ਆਪ ਜੀ ਦਾ ਕੀ ਸੁਨੇਹਾ ਲਾਈਏ, ਇਹ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਸ੍ਰੀ ਗੁਰੂ ਤੇਗ ਬਹਾਦਰ ਬੋਲੇ। ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹਨਾਂ ਦੋ ਸਿੱਖਾਂ ਦੇ ਸੁਣੇ ਨਾ ਬਚਨ ਜਿਹੜੇ ਅਨੰਦਪੁਰ ਸਾਹਿਬ ਨੂੰ ਚੱਲਣ ਲੱਗੇ, ਸੁਣ ਕੇ ਮਹਾਰਾਜ ਸਾਹਿਬ ਜੀ ਫਿਰ ਉਸ ਵੇਲੇ ਬਚਨ ਕਰਕੇ ਦੱਸਣ ਲੱਗੇ ਹਨ। ਭਾਖੋ ਰਾਖੋ ਧੀਰ ਅਡੋਲੇ। ਮਹਾਰਾਜ ਕਹਿਣ ਲੱਗੇ ਸਾਡੇ ਪਰਿਵਾਰ ਨੂੰ ਜਾ ਕੇ ਬਚਨ ਆਖਿਓ ਵੀ ਧੀਰ ਦੇ ਰੱਖਣੀ ਹੈ, ਡੋਲਣਾ ਨਹੀਂ ਹੈ। ਸਾਡੀ ਸ਼ਹੀਦੀ ਦਾ ਬਚਨ ਸੁਣ ਕੇ, ਸਿੱਖਾਂ ਦੀ ਸ਼ਹੀਦੀ ਦਾ ਬਚਨ ਸੁਣ ਕੇ ਆਪਾ ਨਹੀਂ ਖੋ ਦੇਣਾ, ਰੋਣ ਨਹੀਂ ਲੱਗ ਪੈਣਾ, ਦੁਖੀ ਨਹੀਂ ਹੋਣਾ ਹੈ, ਕਿਸੇ ਤਰ੍ਹਾਂ ਦਾ ਕੋਈ ਵੈਨ ਨਹੀਂ ਪਾਉਣਾ, ਕੋਈ ਪਿੱਟ ਸਿਆਪਾ ਨਹੀਂ ਕਰਨਾ। ਆਪਣੀ ਧੀਰਜ ਨੂੰ ਨਾ ਗਵਾ ਲਿਓ, ਧੀਰਜ ਧਾਰ ਕੇ ਰੱਖਿਓ, ਕਿਉਂਕਿ ਦੁਨੀਆ ਵਿੱਚ ਇਹ ਆਉਣਾ ਜਾਣਾ ਬਣਿਆ ਹੋਇਆ ਹੈ। ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਗੁਰਬਾਣੀ ਦੇ ਵਿੱਚ ਸ਼ਲੋਕ ਆਉਂਦਾ 9ਵੇਂ ਮਹੱਲੇ ਦੇ ਅੰਦਰ। ਇਹ ਸ਼ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਆਪਣੀ ਮਾਤਾ ਨਾਨਕੀ ਸਾਹਿਬ ਜੀਆਂ ਨੂੰ ਉਪਦੇਸ਼ ਦਿੰਦਿਆਂ ਇਹ ਸ਼ਲੋਕ ਬੋਲਿਆ ਸੀ, ਲਿਖਿਆ ਸੀ। ਮਾਤਾ ਜੀ ਚਿੰਤਾ ਤਾਂ ਕੀ ਕੀਜੀਐ, ਉਸ ਗੱਲ ਦੀ ਚਿੰਤਾ ਕਰੀਏ ਜੋ ਅਨਹੋਣੀ ਹੋਏ। ਜਿਹੜੀ ਗੱਲ ਦੁਨੀਆ ਨਾਲ ਨਹੀਂ ਹੋਈ, ਇਕੱਲੀ ਮੇਰੇ ਨਾਲ ਹੋਈ ਹੈ, ਫਿਰ ਤੇ ਮੈਂ ਚਿੰਤਾ ਕਰਾਂ ਵੀ ਦੁਨੀਆ ਨਾਲ ਇਹ ਕੰਮ ਨਹੀਂ ਹੋਇਆ, ਮੈਂ ਪਹਿਲਾ ਬੰਦਾ ਜਿਹਦੇ ਨਾਲ ਹੋਇਆ। ਪਰ ਜਦੋਂ ਇਹ ਸੰਸਾਰ ਦਾ ਰਾਹ ਹੀ ਇਹੋ ਜਿਹਾ, ਜਿਹੜਾ ਜਨਮ ਲੈ ਕੇ ਆਇਆ ਉਹਨੇ ਮਰ ਕੇ ਜਾਣਾ ਹੈ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਦੋਂ ਦੁਨੀਆ ਦਾ ਕੋਈ ਬੰਦਾ ਇੱਥੇ ਸਦਾ ਰਹਿ ਹੀ ਨਹੀਂ ਸਕਦਾ, ਫਿਰ ਚਿੰਤਾ ਕਿਉਂ ਕਰਨੀ ਹੈ, ਦੁਖੀ ਕਿਉਂ ਹੋਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿ ਰਹੇ, ਕਹਿੰਦੇ ਭਾਖੋ ਜਾ ਕੇ ਸਾਡੇ ਪਰਿਵਾਰ ਨੂੰ ਆਖਿਓ ਧੀਰ ਅਡੋਲੇ, ਰਾਖੋ ਧੀਰ ਅਡੋਲੇ। ਧੀਰਜ ਰੱਖਣੀ ਹੈ, ਡੋਲਣਾ ਨਹੀਂ, ਕਦੇ ਘਬਰਾਉਣਾ ਨਹੀਂ। ਇਹ ਬਚਨ ਜਾ ਕੇ ਆਖਣੇ ਹਨ। ਐਮ ਹੀ ਕਾਰਜ ਹੈ ਹਮ ਕਰਨਾ। ਇਹ ਜਿਹੜਾ ਕਾਰਜ ਅਸੀਂ ਕਰਦੇ ਪਏ ਨਾ ਸ਼ਹੀਦੀ ਦਾ, ਇਹ ਅਸੀਂ ਕਾਰਜ ਕਰਨਾ ਸੀ, ਇਹ ਸਾਡੀ ਡਿਊਟੀ ਲੱਗੀ ਹੋਈ ਹੈ ਅਕਾਲ ਪੁਰਖ ਦੇ ਵੱਲੋਂ। ਇਹ ਅਸੀਂ ਕਾਰਜ ਕਰਨਾ। ਸਾਨੂੰ ਔਰੰਗਜ਼ੇਬ ਗ੍ਰਿਫਤਾਰ ਨਹੀਂ ਸੀ ਕਰ ਸਕਦਾ, ਸਾਨੂੰ ਔਰੰਗਜ਼ੇਬ ਸਜ਼ਾ ਨਹੀਂ ਦੇ ਸਕਦਾ, ਪਰ ਇਹ ਕਾਰਜ ਅਸੀਂ ਕਰਨਾ ਹੈ। ਇਸ ਕਰਕੇ ਇਹ ਅਸੀਂ ਆਪਣੀ ਮਰਜ਼ੀ ਨਾਲ ਹੀ ਸਭ ਕੁਝ ਕਰਦੇ ਪਏ। ਪਰਿਵਾਰ ਨੂੰ ਕਿਉਂ ਚਿੰਤਾ ਨਾ ਕਰਨ, ਆਪਣੀ ਮਰਜ਼ੀ ਨਾਲ ਹੀ ਇਹ ਸਭ ਕੁਝ ਕੀਤਾ ਹੈ। ਅੰਤ ਸਮਾਂ ਸਭ ਹੀ ਪਰ ਬਰਨਾ। ਕਿਉਂਕਿ ਇਹ ਅੰਤ ਦਾ ਸਮਾਂ ਤੇ ਸਾਰਿਆਂ ਤੇ ਹੀ ਆਉਣਾ। ਰਾਮ ਗਇਓ ਰਾਵਣ ਗਇਓ। ਭਾਵੇਂ ਰਾਮਚੰਦਰ ਵਰਗੇ ਅਵਤਾਰ ਦੁਨੀਆ ਦਾ ਭਲਾ ਕਰਨ ਵਾਲੇ, ਭਾਵੇਂ ਰਾਵਣ ਵਰਗੇ ਸ਼ਕਤੀਸ਼ਾਲੀ ਬਾਦਸ਼ਾਹ ਹੋਏ, ਪਰ ਦੁਨੀਆ ਤੋਂ ਜਾਣਾ ਤੇ ਸਾਰਿਆਂ ਨਹੀਂ ਹੈ। ਰਾਜਾ ਪ੍ਰਜਾ ਸਮ ਕਰ ਮਾਰੈ ਐਸੋ ਕਾਲ ਬਿਡਾਨੀ ਰੇ। ਉਹ ਕਾਲ ਇੰਨੇ ਬਲ ਵਾਲਾ ਵੀ ਰਾਜਿਆਂ ਨੂੰ ਵੀ ਮੌਤ ਆਉਂਦੀ ਹੈ। ਮਹਾਰਾਜ ਦਾ ਬਚਨ ਹੈ ਛੂਟਤ ਨਾਹੀ ਕੋਟ ਲੱਖ ਬਾਹੀ। ਮੇਰੀਆਂ ਤੇ ਦੋ ਬਾਹਾਂ, ਹੋ ਸਕਦਾ ਮੈਂ ਮੌਤ ਨਾਲ ਨਾ ਲੜ ਪਾਵਾਂ, ਪਰ ਜਿਨ੍ਹਾਂ ਰਾਜਿਆਂ ਦੇ ਕੋਲ ਲੱਖਾਂ ਸਿਪਾਹੀ, ਉਹਨਾਂ ਲੱਖਾਂ ਸਿਪਾਹੀਆਂ ਦੀਆਂ ਲੱਖਾਂ ਬਾਹਾਂ ਹੱਥ ਵਿੱਚ ਸ਼ਸਤਰ ਫੜ ਕੇ ਖਲੋਤੀਆਂ ਹੋਈਆਂ, ਅਸੀਂ ਆਪਣੇ ਬਾਦਸ਼ਾਹ ਨੂੰ ਤੱਤੀ ਵਾਲ ਨਹੀਂ ਲੱਗਣ ਦਿਆਂਗੇ। ਇੰਨੀਆਂ ਫੌਜਾਂ ਦੇ ਖਲੋਤਿਆਂ ਹੋਇਆਂ ਉਹਨਾਂ ਰਾਜਿਆਂ ਨੂੰ ਮੌਤ ਆ ਗਈ ਹੈ। ਲੱਖਾਂ ਬਾਹਾਂ ਦਾ ਬਲ ਵੀ ਰਾਜਿਆਂ ਨੂੰ ਮੌਤ ਤੋਂ ਨਹੀਂ ਬਚਾ ਸਕਿਆ। ਸਤਿਗੁਰੂ ਇੱਥੇ ਬਚਨ ਕਰਦੇ ਪਏ, ਅੰਤ ਸਮਾਂ ਸਭ ਹੀ ਪਰ ਵਰਨਾ। ਇਹ ਅੰਤ ਸਮਾਂ ਸਾਰਿਆਂ ਤੇ ਹੀ ਆਉਣਾ ਹੈ। ਦੁਨੀਆ ਵਿੱਚ ਕੋਈ ਵੀ ਸਦਾ ਵਾਸਤੇ ਸਰੀਰ ਕਰਕੇ ਨਹੀਂ ਰਹਿ ਸਕਦਾ ਹੈ। ਚਿੰਤਾ ਸ਼ੋਕ ਨਾ ਕੀਜੈ ਕੋਈ। ਇਸ ਕਰਕੇ ਸਾਡੇ ਪਰਿਵਾਰ ਨੂੰ ਇਹ ਬਚਨ ਕਹਿ ਦਿਓ। ਇਹ ਅੰਤ ਦੀ ਵਾਰ ਦਾ ਉਪਦੇਸ਼ ਹੈ ਗੁਰਮੁਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਪਣੇ ਪਰਿਵਾਰ ਨੂੰ, ਕਿ ਸਾਡੇ ਪਰਿਵਾਰ ਨੂੰ ਆਖਿਓ ਚਿੰਤਾ ਨਾ ਕਰਨ, ਫਿਕਰ ਨਾ ਕਰਨ ਕਿਸੇ ਗੱਲ ਦੀ ਵੀ ਸਾਡੀ ਸ਼ਹੀਦੀ ਹੋ ਗਈ ਹੈ ਤੇ ਸਭ ਕੁਝ ਖਤਮ ਹੋ ਗਿਆ। ਨਹੀਂ, ਚਿੰਤਾ ਨਹੀਂ ਕਰਨੀ। ਦੂਜਾ ਬਚਨ ਇਹ ਹੈ ਸ਼ੋਕ। ਸ਼ੋਕ ਤੋਂ ਭਾਵ ਹੈ ਦੁਖੀ ਹੋਣਾ। ਦੁਖੀ ਵੀ ਨਹੀਂ ਹੋਣਾ ਹੈ, ਨਾ ਦੁਖੀ ਹੋਣਾ ਨਾ ਚਿੰਤਾ ਕਰਨੀ ਹੈ। ਇਹ ਅਕਾਲ ਪੁਰਖ ਦਾ ਹੁਕਮ ਹੈ ਜੋ ਅਸੀਂ ਵਜਾਉਂਦੇ ਪਏ ਹਾਂ। ਪੂਰਾ ਕਰਹਿ ਤੁਰਕ ਪਤ ਜੋਈ। ਅਸੀਂ ਇਹ ਸ਼ਹੀਦੀ ਕਿਉਂ ਦਿੰਦੇ ਪਏ ਹਾਂ? ਕਿਉਂਕਿ ਔਰੰਗਜ਼ੇਬ ਨੂੰ ਅਸੀਂ ਝੂਠਾ ਕਰਕੇ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ, ਦੁਨੀਆ ਨੂੰ ਵਿਖਾਉਣਾ ਵੀ ਇਹ ਝੂਠਾ ਬਾਦਸ਼ਾਹ ਹੈ, ਇਹ ਕੂੜਾ ਬਾਦਸ਼ਾਹ ਹੈ, ਇਹ ਪਾਪੀ ਬਾਦਸ਼ਾਹ ਹੈ। ਇਹ ਦੁਨੀਆ ਨੂੰ ਵਿਖਾਉਣ ਵਾਸਤੇ ਅਸੀਂ ਕੁਰਬਾਨੀ ਕਰਦੇ ਪਏ। ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਨੇ ਕਿ ਐ ਬਾਬਰ ਬਾਦਸ਼ਾਹ ਤੇਰੀਆਂ ਕੁਲਾਂ ਵਿੱਚ ਰਾਜ ਰਵੇਗਾ ਅਤੇ ਰਾਜ ਨਿਆਂ ਦਾ ਕਰੇਗਾ ਤੇ ਰਾਜ ਬਣਿਆ ਰਵੇਗਾ।
ਅਸੀਂ ਆਪਣੇ ਵੱਡੇ ਸਤਿਗੁਰਾਂ ਦੇ ਬਚਨ ਵੀ ਹੁਣ ਵਾਪਸ ਲੈਣੇ ਨੇ। ਇਸ ਕਰਕੇ ਇਹ ਅਸੀਂ ਸ਼ਹੀਦੀ ਆਪਣੀ ਮਰਜ਼ੀ ਦੇ ਨਾਲ ਦੇ ਰਹੇ ਹਾਂ। ਅਸੀਂ ਆਪਣੀ ਸ਼ਹੀਦੀ ਦੇਵਾਂਗੇ, ਇਹਨਾਂ ਦਾ ਰਾਜ ਭਾਗ ਵਾਪਸ ਲੈ ਲਵਾਂਗੇ। ਇਹਨਾਂ ਨੂੰ ਝੂਠਿਆਂ ਕਰਕੇ ਅਸੀਂ ਸਰੀਰ ਛੱਡਣ ਲੱਗੇ ਹਾਂ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ। ਇਹ 10ਵੇਂ ਪਾਤਸ਼ਾਹ ਨੇ ਵੀ ਲਿਖਿਆ ਵੀ ਮਹਾਰਾਜ ਨੇ ਜਾਣ ਬੁੱਝ ਕੇ ਸਰੀਰ ਦਾ ਠਿਕਰਾ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਭੰਨਿਆ। ਤੇਗ ਬਹਾਦਰ ਸੀ ਕਿਰਿਆ ਤੋਂ ਭਾਵ ਕੰਮ। ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕੰਮ ਕਰੀ ਨਾ ਕਿਨਹੂ ਆਣ, ਇਹੋ ਜਿਹਾ ਕਿਸੇ ਹੋਰ ਨੇ ਨਹੀਂ ਕੀਤਾ। ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਤੇ ਸਾਰੇ ਹੀ ਲੜਦੇ ਮਰਦੇ, ਪਰ ਦੂਜੇ ਦੇ ਵਾਸਤੇ ਕੁਰਬਾਨੀ ਕਰਨੀ ਇਹ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀ ਹੈ। ਉਹਨਾਂ ਵਰਗਾ ਇਹ ਕਾਰਜ ਕੋਈ ਕਰ ਹੀ ਨਹੀਂ ਸਕਦਾ ਹੈ। ਸੋ ਪਾਤਸ਼ਾਹ ਇੱਥੇ ਕਹਿਣ ਲੱਗੇ ਵੀ ਅਸੀਂ ਔਰੰਗਜ਼ੇਬ ਨੂੰ ਝੂਠਿਆਂ ਕਰਨਾ, ਦੁਨੀਆ ਦੇ ਸਾਹਮਣੇ ਵੀ ਇਹ ਝੂਠਾ ਹੈ, ਨਾਲੇ ਇਹਦੇ ਕੋਲੋਂ ਰਾਜ ਭਾਗ ਖੋਣਾ, ਇਹਦੀਆਂ ਪੁਸ਼ਤਾਂ ਤੇ ਕੁਲਾਂ ਦੇ ਵਿੱਚੋਂ ਇਹ ਜਾਣ ਬੁੱਝ ਕੇ ਅਸੀਂ ਕੁਰਬਾਨੀ ਕਰ ਰਹੇ ਹਾਂ। ਸਭ ਜਗ ਕੋ ਦੁਖਦਾਇਕ ਪਾਪੀ। ਕਿਉਂਕਿ ਇਹ ਬਾਦਸ਼ਾਹ ਸਾਨੂੰ ਨਹੀਂ, ਸਾਰਿਆਂ ਲੋਕਾਂ ਨੂੰ ਦੁੱਖ ਦੇਣ ਵਾਲਾ ਹੀ ਹੈ। ਤੇ ਜਦੋਂ ਦੁੱਖ ਦਾ ਘੜਾ ਭਰ ਜਾਂਦਾ ਹੈ ਨਾ, ਫਿਰ ਉਹ ਇੱਕ ਨਾ ਇੱਕ ਦਿਨ ਫੁੱਟਣਾ ਹੀ ਹੁੰਦਾ ਹੈ। ਇਸ ਨੇ ਤੇ ਨਾ ਹਿੰਦੂ ਵੱਡੇ ਵੱਡੇ ਜਿਹੜੇ ਸੰਤ ਸਨ ਉਹ ਵੀ ਨਹੀਂ ਛੱਡੇ, ਖਤਮ ਕਰ ਦਿੱਤੇ। ਇਹਨੇ ਮੁਸਲਮਾਨ ਸੰਤ ਨਹੀਂ ਛੱਡੇ, ਉਹ ਵੀ ਖਤਮ ਕਰ ਦਿੱਤੇ। ਹੁਣ ਇਸ ਨੇ ਸਾਡੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਬਾਅਦ ਵਿੱਚ ਸਾਡੀ ਸ਼ਹੀਦੀ ਹੋ ਜਾਣੀ ਹੈ। ਇਹਦੇ ਹੁਣ ਪਾਪ ਦਾ ਘੜਾ ਭਰਨ ਵਾਲਾ ਹੈ। ਸੋ ਇਹਦੇ ਹੁਣ ਪਾਪ ਦਾ ਬੇੜਾ ਡੁੱਬਣ ਹੀ ਵਾਲਾ ਹੈ। ਇਸ ਕਰਕੇ ਇਹ ਬੜਾ ਦੁਸ਼ਟ ਬਾਦਸ਼ਾਹ ਹੈ ਜਿਹੜਾ ਦੁਨੀਆ ਨੂੰ ਦੁੱਖ ਦੇਣ ਵਾਸਤੇ ਆਇਆ ਹੈ। ਇਸ ਕਰਕੇ ਇਹਦੇ ਦੁੱਖਾਂ ਦਾ ਹੁਣ ਅੰਤ ਆ ਗਿਆ ਹੈ। ਬਿਨ ਸਹਿ ਵਧੈ ਨ ਤੇਜ ਕਤਾਪੀ। ਇਹ ਹੁਣ ਬਾਦਸ਼ਾਹ ਖਤਮ ਹੋ ਜਾਏਗਾ, ਇਹਦਾ ਰਾਜ ਭਾਗ ਖਤਮ ਹੋ ਜਾਏਗਾ। ਹੁਣ ਇਹਦਾ ਰਾਜ ਅੱਗੇ ਵਧੇਗਾ ਨਹੀਂ। ਜਦੋਂ ਮਹਾਰਾਜ ਨੇ ਬਚਨ ਆਖੇ ਨਾ, ਉਸ ਵੇਲੇ ਔਰੰਗਜ਼ੇਬ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਲੈ ਮੈਂ ਅੱਗੇ ਇੰਨੇ ਸੰਤ ਮਾਰੇ, ਮੇਰਾ ਕੀ ਵਿਗੜ ਗਿਆ। ਕਈ ਵਾਰੀ ਆਪਾਂ ਵੀ ਇਹ ਸੋਚ ਲੈਂਦੇ ਨਾ, ਮੈਂ ਪਿਛਲੇ ਸਾਲ ਜਾਂ ਇੰਨੇ ਸਾਲ ਪਹਿਲਾਂ ਪਾਪ ਕੀਤਾ ਸੀ, ਮੇਰਾ ਕੀ ਵਿਗੜਿਆ। ਔਰੰਗਜ਼ੇਬ ਨੇ ਜਵਾਬ ਦਿੱਤਾ, ਕਹਿਣ ਲੱਗਾ ਮਹਾਰਾਜ ਜੇ ਸਾਧੂ ਸੰਤ ਮਾਰੇ ਤੇ ਫਿਰ ਮੇਰਾ ਕੀ ਵਿਗੜ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਬੇੜਾ ਜਾਂਦਾ ਨਾ ਪਾਣੀ ਦੇ ਵਿੱਚ, ਤੇ ਉਹਦੇ ਵਿੱਚ ਜੇ ਸੁਰਾਖ ਹੋ ਜਾਣ ਤੇ ਉਹ ਸੁਰਾਖ ਭਰਦਿਆਂ ਟਾਈਮ ਲੱਗਦਾ, ਫਿਰ ਹੌਲੀ ਹੌਲੀ ਉਹ ਸੁਰਾਖ ਪਾਣੀ ਦੇ ਨਾਲ ਬੇੜਾ ਭਰ ਦਿੰਦੇ ਤੇ ਬੇੜਾ ਡੁੱਬ ਜਾਂਦਾ ਹੈ। ਇਹ ਜਿੰਨੇ ਤੂੰ ਸਾਧੂ ਸੰਤਾਂ ਦਾ ਕਤਲ ਕੀਤਾ ਹੈ, ਇਹ ਤੇਰੇ ਰਾਜ ਭਾਗ ਦੇ ਬੇੜੇ ਵਿੱਚ ਸੁਰਾਖ ਕਰਕੇ ਗਏ ਨੇ। ਹੁਣ ਤੂੰ ਸਾਨੂੰ ਸ਼ਹੀਦ ਕਰ ਦੇਣਾ, ਇਹ ਤੇਰਾ ਹੁਣ ਬੇੜਾ ਰਾਜ ਭਾਗ ਦਾ ਬਹਿ ਹੀ ਜਾਣਾ ਹੈ, ਡੁੱਬ ਹੀ ਜਾਣਾ ਹੈ। ਤੂੰ ਇਹ ਮਤਾਂ ਸੋਚ ਵੀ ਤੂੰ ਉਹਨਾਂ ਨੂੰ ਸ਼ਹੀਦ ਕੀਤਾ ਤੇ ਤੇਰਾ ਕੁਝ ਵਿਗੜਿਆ ਨਹੀਂ ਹੈ। ਵਿਗੜਿਆ ਬਹੁਤ ਕੁਝ ਹੈ, ਪਰ ਤੈਨੂੰ ਦਿਸਿਆ ਨਹੀਂ। ਤੇਰੇ ਇਸ ਰਾਜ ਭਾਗ ਦੇ ਬੇੜੇ ਵਿੱਚ ਸੁਰਾਖ ਹੋ ਗਏ ਨੇ, ਹੁਣ ਤੇਰਾ ਬੇੜਾ ਡੁੱਬਣ ਵਾਲਾ ਹੀ ਹੈ। ਇਹ ਬਚਨ ਮਹਾਰਾਜ ਜੀਆਂ ਨੇ ਆਖੇ ਸਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਨਸੈ, ਇਹ ਹੁਣ ਨਾਸ ਹੋ ਜਾਏਗਾ। ਸਿੱਖਾਂ ਨੂੰ ਦੱਸਦੇ ਪਏ ਵੀ ਇਹ ਬਚਨ ਸਾਡੇ ਪਰਿਵਾਰ ਨੂੰ ਜਾ ਕੇ ਕਹਿ ਦਿਓ, ਇਸ ਨੇ ਹੁਣ ਨਾਸ ਹੋ ਜਾਣਾ। ਨਾ ਵਧੇ ਤੇਜ ਕਦਾਪੀ, ਇਹਦਾ ਤੇਜ ਪ੍ਰਤਾਪ ਹੁਣ ਵਧੇਗਾ ਨਹੀਂ, ਖਤਮ ਹੋ ਜਾਏਗਾ, ਇਸ ਨੇ ਮਰ ਜਾਣਾ ਹੈ। ਪੂਰਬ ਜਨਮ ਕਰੇ ਤਪ ਭਾਰੇ। ਤੇ ਉਸ ਵੇਲੇ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਨੇ ਇੰਨੇ ਪਾਪ ਕੀਤੇ ਔਰ ਇੰਨਾ ਜ਼ਾਲਮ ਬਾਦਸ਼ਾਹ, ਇੰਨਾ ਵੱਡਾ ਰਾਜ, ਇਹ ਸੁੱਖ ਕਿਵੇਂ ਭੋਗਦਾ ਪਿਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ, ਇਸ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਜ਼ਿਆਦਾ ਜਗ ਤਪ ਪੁੰਨ ਦਾਨ ਬੜਾ ਇਸ ਨੇ ਸਿਮਰਨ ਭਜਨ ਕੀਤਾ ਰਾਜ ਲੈਣ ਵਾਸਤੇ। ਉਹ ਪਿਛਲੇ ਜਨਮਾਂ ਦੀ ਕਮਾਈ ਕਰਕੇ ਇਹਨੂੰ ਏਡਾ ਵੱਡਾ ਇਹ ਰਾਜ, ਏਡੀ ਵੱਡੀ ਸਲਤਨਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਪੂਰਵ ਜਨਮ ਕਰੇ ਤਪ ਭਾਰੇ, ਇਹਨੇ ਪਿੱਛੇ ਬਹੁਤ ਭਾਰੀ ਤਪ ਕੀਤੇ ਸਨ। ਉਹਨਾਂ ਤਪਾਂ ਦਾ ਫਲ ਇਸ ਨੂੰ ਇਹ ਇੰਨਾ ਵੱਡਾ ਰਾਜ ਪ੍ਰਾਪਤ ਹੋਇਆ ਹੈ। ਕਰੈ ਦਗਦ ਈਂਧਨ ਸਮਸਾਰੇ। ਤੇ ਕਹਿਣ ਲੱਗੇ ਵੀ ਜਿਵੇਂ ਲੱਕੜਾਂ ਦਾ ਢੇਰ ਗੁਰਮੁਖੋ ਜਿੰਨਾ ਮਰਜ਼ੀ ਵੱਡਾ ਹੋਵੇ, ਪਰ ਲੱਕੜਾਂ ਦੇ ਵੱਡੇ ਢੇਰ ਦੇ ਵਿੱਚ ਜੇ ਲਿਆ ਕੇ ਕਿਤੇ ਅੱਗ ਦੀ ਚੰਗਿਆੜੀ ਸੁੱਟ ਦਈਏ ਨਾ, ਤੇ ਉਹ ਅੱਗ ਦੀ ਚੰਗਿਆੜੀ ਸਾਰੇ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹਨੇ ਤਪ ਕਰ ਕਰਕੇ ਢੇਰ ਤੇ ਬੜਾ ਵੱਡਾ ਬਣਾਇਆ ਸੀ। ਤਪ ਦਾ, ਜਪ ਦਾ, ਬੰਦਗੀ ਦਾ, ਦਾਨ ਦਾ, ਪੁੰਨ ਦਾ, ਵਰਤ ਦਾ ਢੇਰ ਤੇ ਬੜੇ ਵੱਡੇ ਲਾਏ ਸਨ। ਪਰ ਆ ਜਿਹੜਾ ਇਸ ਨੇ ਸਾਧੂ ਸੰਤਾਂ ਨੂੰ ਮਾਰਿਆ ਨਾ, ਇਹ ਇਸ ਨੇ ਆਪਣੇ ਜਪ ਤਪ ਦੇ ਵਿੱਚ ਮੰਨ ਲਓ ਚੰਗਿਆੜੀ ਸੁੱਟ ਦਿੱਤੀ ਹੈ। ਜਿਵੇਂ ਇੱਕ ਚੰਗਿਆੜੀ ਵੱਡੇ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਬਣਾਉਂਦੀ ਹੈ, ਇਹ ਸਾਧੂ ਸੰਤਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਏਗੀ। ਇਹਦੇ ਸਾਰੇ ਜਪ ਤਪ ਜੋ ਵੀ ਇਹਦੇ ਕੋਲ ਖਾਣ ਪੀਣ ਵਾਸਤੇ ਇਹਨੇ ਜੋੜਿਆ ਸੀ ਨਾ ਪਿਛਲੇ ਜਨਮਾਂ ਦਾ, ਉਹ ਸਾਰਾ ਇਹਦਾ ਨਸ਼ਟ ਹੋ ਗਿਆ, ਜ਼ੀਰੋ ਹੋ ਗਿਆ, ਬਿਲਕੁਲ ਇਹ ਖਾਲੀ ਹੋ ਗਿਆ। ਹੁਣ ਇਹਦੇ ਕੋਲ ਰਹਿ ਕੁਝ ਨਹੀਂ ਗਿਆ, ਹੁਣ ਇਸ ਦਾ ਅੰਤ ਆ ਗਿਆ ਹੈ। ਸਾਹਿਬਜ਼ਾਦਾ ਅਵਲਖ ਨੌਰ। ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ,
ਕਹਿਣ ਲੱਗੇ ਸਾਡੇ ਜਿਹੜੇ ਸਾਹਿਬਜ਼ਾਦੇ ਨੇ, ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਜਿਨ੍ਹਾਂ ਦਾ ਉਸ ਵੇਲੇ ਨਾਮ ਗੋਬਿੰਦ ਰਾਏ ਹੈ, ਕਹਿਣ ਲੱਗੇ ਉਹ ਜਿਸ ਵੇਲੇ ਇਸ ਵੇਲੇ ਲਖਨੌਰ ਦੀ ਧਰਤੀ ਤੇ ਵਧਿਓ ਸਰੀਰ ਭਇਓ ਬਲ ਠੌਰ। ਤੇ ਅਸੀਂ ਜਾਣਦੇ ਹਾਂ ਵੀ ਹੁਣ ਉਹਨਾਂ ਦਾ ਸਰੀਰ ਹੋਰ ਵੀ ਜਵਾਨ ਹੋ ਗਿਆ ਹੋਵੇਗਾ, ਹੁਣ ਉਹ ਹੋਰ ਵੀ ਬਲ ਵਾਲੇ ਹੋ ਗਏ ਹੋਣਗੇ। 9 ਸਾਲ ਦੀ ਉਮਰਾ ਹੈ ਸਾਹਿਬ ਗੋਬਿੰਦ ਰਾਏ ਜੀਆਂ ਦੀ। ਜਦੋਂ ਪਿਤਾ ਜੀ ਨੇ ਸ਼ਹੀਦੀ ਦਿੱਤੀ ਹੈ ਨਾ, ਤੇ ਸਤਿਗੁਰਾਂ ਦੀ ਉਮਰਾ ਉਸ ਵੇਲੇ 9 ਸਾਲ ਦੀ ਹੈ। 9 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਨੇ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ, ਸਿੱਖਾਂ ਦੀਆਂ ਜ਼ਿੰਮੇਵਾਰੀਆਂ, ਇਹ ਸਾਰੀਆਂ ਪਾਤਸ਼ਾਹ ਨੇ ਸਾਂਭ ਲਈਆਂ। ਇਹ ਗੁਰਮੁਖੋ ਸਮਾਂ ਉਸ ਵੇਲੇ ਦਾ ਹੈ ਜਦੋਂ ਸਮੇਂ ਦੀ ਸਰਕਾਰ ਤੇ ਵੈਰੀ ਬਣੀ ਹੈ, ਤੇ ਉਸ ਵੇਲੇ ਦੇ ਜਿਹੜੇ ਸ਼ਰੀਕੇ ਦੇ ਭਰਾ ਲੱਗਦੇ, ਰਿਸ਼ਤੇਦਾਰ ਲੱਗਦੇ, ਉਹ ਵੀ ਵੈਰ ਕਰਨ ਲੱਗ ਪਏ ਮਹਾਰਾਜ ਦੇ ਨਾਲ। ਅੰਦਰੋਂ ਸਿੱਖ ਵੀ ਮਹਾਰਾਜ ਦੇ ਨਾਲ ਈਰਖਾ ਕਰਨ ਲੱਗ ਪਏ। ਵੱਡੇ ਵੱਡੇ ਮਸੰਦ ਜਿਹੜੇ ਸਨ, ਪੁਰਾਣੇ ਬਜ਼ੁਰਗ, ਉਹ ਵੀ ਈਰਖਾ ਕਰਨ ਲੱਗ ਪਏ ਵੀ ਇਹ ਕੱਲ੍ਹ ਦਾ ਬੱਚਾ 9 ਸਾਲ ਦਾ ਸਾਡਾ ਕੀ ਵਿਗਾੜੇਗਾ, ਅਸੀਂ ਤਾਂ ਬੜੇ ਸਿਆਣੀ ਮੱਤ ਵਾਲੇ। ਮਸੰਦ ਵੀ ਵੈਰ ਕਰਦੇ, ਰਿਸ਼ਤੇਦਾਰ ਭਰਾ ਜਿਹੜੇ ਲੱਗਦੇ ਉਹ ਵੀ ਵੈਰ ਕਰਨ ਲੱਗ ਪਏ ਵੀ ਹੁਣ ਗੁਰਤਾ ਗੱਦੀ ਨੂੰ ਜਿਹੜਾ ਮਰਜ਼ੀ ਕੋਈ ਮੱਲ ਲਵੇ, ਪਿਤਾ ਤੇ ਰਹਿ ਕੋਈ ਨਹੀਂ ਗਿਆ ਹੈ। ਉਧਰੋਂ ਔਰੰਗਜ਼ੇਬ ਸਰਕਾਰ ਦੇ ਨਾਲ, ਜ਼ਾਲਮ ਸਰਕਾਰ ਦੇ ਨਾਲ ਮੱਥਾ ਲੱਗਿਆ। ਪਰ ਵੇਖੋ ਕੈਸੇ ਨੇ 10ਵੇਂ ਪਾਤਸ਼ਾਹ ਮਹਾਰਾਜ ਜੀ ਇੰਨੀਆਂ ਔਂਕੜਾਂ ਦੇ ਹੁੰਦਿਆਂ ਹੋਇਆਂ, ਇੰਨੀਆਂ ਮੁਸੀਬਤਾਂ ਦੇ ਹੁੰਦਿਆਂ ਹੋਇਆਂ ਧੀਰਜ ਨਹੀਂ ਹਾਰਿਆ, ਹੌਸਲਾ ਨਹੀਂ ਛੱਡਿਆ। ਤੇ ਜਦੋਂ ਪਿਤਾ ਦੇ ਸੀਸ ਦੇ ਦਰਸ਼ਨ ਕੀਤੇ, ਅੱਜ ਆਪਣੇ ਘਰ ਵਿੱਚ ਕੋਈ 9 ਸਾਲ ਦਾ ਬਾਲ ਹੋਵੇ ਤੇ ਉਸ ਨੂੰ ਇਸ ਤਰ੍ਹਾਂ ਇਕੱਲਾ ਸਿਰ ਵੇਖਣਾ ਪਵੇ ਤੇ ਚੀਕਾਂ ਨਿਕਲ ਜਾਂਦੀਆਂ। ਆਪਣੇ ਪਿਤਾ ਦੇ ਸੀਸ ਦੇ ਜਦੋਂ ਦਰਸ਼ਨ ਕੀਤੇ ਨਾ 9 ਸਾਲ ਦੀ ਉਮਰ ਵਿੱਚ, ਹੱਥ ਜੋੜ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਬੜੇ ਰੋਹਬ ਦੇ ਵਿੱਚ ਆ ਕੇ ਆਖਿਆ, ਕਹਿਣ ਲੱਗੇ ਜਤਿਆ ਮੈਂ ਇਹੋ ਜਿਹਾ ਹੁਣ ਪੰਥ ਤਿਆਰ ਕਰਾਂਗਾ ਜਿਹੜਾ ਜ਼ੁਲਮਾਂ ਨੂੰ ਤੇ ਜ਼ਾਲਮਾਂ ਨੂੰ ਨਾਸ ਕਰੇਗਾ। ਇਹ ਕਿੰਨੀ ਸਤਿ ਸ਼੍ਰੀ ਅਕਾਲ। ਇਹ ਕਿੰਨੀ ਨਿਡਰਤਾ ਹੈ, ਕਿੰਨੀ ਨਿਰਭੈਤਾ ਹੈ ਵੀ ਸਾਰੇ ਲੋਕ ਇੱਕ ਵਾਰੀ ਮੰਨ ਲਓ ਵੀ ਵੈਰੀ ਬਣ ਜਾਣ। ਉਸ ਵੇਲੇ ਬਚਨ ਮੁਖੋਂ ਨਿਕਲੇ ਵੀ ਅਸੀਂ ਇਹੋ ਜਿਹੇ ਆਪਣੇ ਸਿੱਖ ਤਿਆਰ ਕਰਾਂਗੇ ਜਿਹੜੇ ਜ਼ੁਲਮਾਂ ਨੂੰ ਜਾਂ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾ ਦੇਣਗੇ। ਐਸੀ ਨਿਡਰਤਾ ਕੇਵਲ 10ਵੇਂ ਪਾਤਸ਼ਾਹ ਵਿੱਚ ਹੋ ਸਕਦੀ ਹੈ, ਜਿਹੜੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸੀਸ ਵੇਖ ਕੇ ਨਹੀਂ ਡੋਲੇ। ਤੇ ਫਿਰ ਜਦੋਂ ਚਮਕੌਰ ਦੀ ਜੰਗ ਹੁੰਦੀ ਪਈ ਹੈ ਨਾ, ਆਪਣੇ ਪੁੱਤਰਾਂ ਨੂੰ ਸ਼ਹੀਦ ਵੇਖ ਕੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵਰਗਿਆਂ ਨੂੰ ਵੇਖ ਕੇ ਕਿਵੇਂ ਡੋਲ ਜਾਣਗੇ ਭਾਈ? ਨਹੀਂ ਡੋਲ ਸਕਦੇ। ਐਸਾ ਹਿਰਦਾ, ਐਸੀ ਉਹਨਾਂ ਵਿੱਚ ਨਿਡਰਤਾ ਹੈ। ਸੋ ਸਤਿਗੁਰੂ ਇੱਥੇ ਕਹਿ ਰਹੇ, ਕਹਿਣ ਲੱਗੇ ਵੀ ਸਾਡੇ ਪੁੱਤਰ ਦਾ ਹੁਣ ਸਰੀਰ ਕਾਫੀ ਜਵਾਨ ਹੋ ਗਿਆ ਹੋਵੇਗਾ, ਹੁਣ ਸਮਝ ਰੱਖਣ ਵਾਲੇ ਹੋ ਗਏ ਨੇ। ਇਸ ਵੇਲੇ ਉਹਨਾਂ ਦੀ 9 ਸਾਲ ਦੀ ਉਮਰ ਹੈ। ਆਪਣੋ ਪੁਰ ਸੰਭਾਰੋ ਜਾਏ। ਸਾਡੇ ਪੁੱਤਰ ਨੂੰ ਆਖਿਓ ਵੀ ਫਿਕਰ ਨਾ ਕਰਨ ਅਤੇ ਆਪਣਾ ਜਿਹੜਾ ਅਨੰਦਪੁਰ ਸਾਹਿਬ ਅਸੀਂ ਵਸਾ ਕੇ ਆਏ ਆ, ਇਹਦੀ ਸੰਭਾਲ ਕਰਨੀ ਹੈ। ਜਿੰਨੀਆਂ ਸੰਗਤਾਂ ਅਸੀਂ ਉੱਥੇ ਵਸਾ ਕੇ ਆਏ ਹਾਂ, ਇਹਨਾਂ ਸੰਗਤਾਂ ਦੀ ਵੀ ਸੰਭਾਲ ਕਰਨੀ ਹੈ, ਸੰਗਤਾਂ ਨੂੰ ਨਾਲ ਲੈ ਕੇ ਚੱਲਣਾ ਹੈ। ਸਾਰਿਆਂ ਨੂੰ ਹੁਣ ਤੁਸੀਂ ਆਸਰਾ ਦੇਣਾ ਹੈ। ਇਹ ਸਾਡੇ ਪੁੱਤਰ ਨੂੰ ਜਾ ਕੇ ਕਹਿਣਾ ਕਰੋ। ਨਿਰਭੈ ਬਸੋ ਤੈ ਚਿੰਤ ਨ ਕਾਈ। ਤੇ ਤੁਸੀਂ ਨਿਰਭਉ ਰਹਿਣਾ, ਡਰਨਾ ਨਹੀਂ ਕਿਸੇ ਦੇ ਕੋਲੋਂ। ਇਹ ਮਤਾਂ ਸੋਚਿਓ ਵੀ ਔਰੰਗਜ਼ੇਬ ਨੇ ਸਾਨੂੰ ਸ਼ਹੀਦ ਕਰ ਦਿੱਤਾ ਹੈ ਅਤੇ ਤੁਹਾਨੂੰ ਵੀ ਉਹ ਦੁੱਖ ਦੇਵੇਗਾ। ਨਹੀਂ, ਤੁਸੀਂ ਨਿਰਭਉ ਹੋ ਕੇ ਆਪਣੀ ਜਵਾਨੀ ਨੂੰ ਮਾਣੋ, ਆਪਣੇ ਸਰੀਰ ਨੂੰ ਤਕੜਾ ਕਰੋ ਅਤੇ ਨਿਰਭਉ ਰਹਿਣਾ ਹੈ। ਕਦੇ ਵੀ ਆਪਣੇ ਮਨ ਦੇ ਵਿੱਚ ਚਿੰਤਾ ਨਹੀਂ ਕਰਨੀ ਹੈ, ਡਰਨਾ ਕਦੇ ਨਹੀਂ। ਇਹ 9ਵੇਂ ਪਾਤਸ਼ਾਹ ਮਹਾਰਾਜ ਜੀ ਬਚਨ ਜਿਹੜੇ ਨੇ, ਉਹ ਜਿਹੜੇ ਸਿੱਖ ਜਾਣ ਲੱਗੇ ਅਨੰਦਪੁਰ ਸਾਹਿਬ ਨੂੰ ਦੋ, ਉਹਨਾਂ ਦੇ ਨਾਲ ਕਰਦੇ ਹਨ। ਸ਼ੁਭ ਆਨੰਦਪੁਰ ਅਧਿਕ ਵਸਾਵੋ। ਅਤੇ ਆਨੰਦਪੁਰ ਸਾਹਿਬ ਨੂੰ ਹੋਰ ਵਸਾਓ, ਹੋਰ ਵਧਾਓ, ਹੋਰ ਸਿੱਖਾਂ ਨੂੰ ਇੱਥੇ ਲਿਆ ਕੇ ਵਸਾਉਣਾ ਕਰੋ। ਆਪ ਨਾ ਰਹੋ ਇਹਠਾਂ ਚੱਲ ਜਾਵੋ। ਤੇ ਹੁਣ ਸਾਡਾ ਬਚਨ ਮੰਨ ਕੇ ਤੇ ਤੁਸੀਂ ਹੁਣ ਇਸ ਜਗ੍ਹਾ ਤੋਂ ਚੱਲ ਕੇ, ਸੋ ਲਖਨੌਰ ਤੋਂ ਚੱਲ ਕੇ ਹੁਣ ਆਨੰਦਪੁਰ ਸਾਹਿਬ ਨੂੰ ਚਲੇ ਜਾਓ। ਇਹ ਸਾਡਾ ਜਾ ਕੇ ਬਚਨ ਤੁਸੀਂ ਉਹਨਾਂ ਨੂੰ ਕਹਿਣਾ ਹੈ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਹੋਰ ਕਿਹੜੇ ਕਿਹੜੇ ਬਚਨ ਇਹਨਾਂ 2 ਸਿੱਖਾਂ ਨੂੰ ਕਹਿਣਗੇ, ਔਰ ਇਹ 2 ਸਿੱਖ ਕਿਵੇਂ ਨਿਕਲਦੇ ਜੇਲ੍ਹ ਵਿੱਚੋਂ, ਕਿਵੇਂ ਚੱਲ ਕੇ ਆਨੰਦਪੁਰ ਸਾਹਿਬ ਨੂੰ ਜਾਂਦੇ, ਗੁਰੂ ਪਾਤਸ਼ਾਹ ਨੂੰ ਕਿਵੇਂ ਮਿਲਦੇ, ਕਿਹੜੇ ਕਿਹੜੇ ਬਚਨ ਮਹਾਰਾਜ ਦੇ ਜਾ ਕੇ ਦੱਸਣਗੇ, ਔਰ ਗੁਰੂ ਪਾਤਸ਼ਾਹ ਕੀ ਕਲਾ ਵਰਤਾਉਂਦੇ ਨੇ। ਇਹ ਬਚਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸੇ। ਆਪ ਸੰਗਤਾਂ ਨੇ ਕੱਲ੍ਹ ਨੂੰ ਸਮੇਂ ਸਿਰ ਪਹੁੰਚ ਕੇ ਇਹ ਬਚਨ ਜਿਹੜੇ ਨੇ ਇਤਿਹਾਸ ਦੇ ਬੜੇ ਬਹੁਮੁੱਲੇ ਨੇ, ਜਿਹੜੇ ਸਾਨੂੰ ਕਿਤੇੋਂ ਵੀ ਪ੍ਰਾਪਤ ਨਹੀਂ ਹੋ ਰਹੇ, ਇਹ ਸਾਨੂੰ ਪ੍ਰਾਪਤ ਹੋਣਗੇ। ਗੁਰੂ ਕਿਰਪਾ ਨਾਲ ਇਹਨਾਂ ਨੂੰ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਲਿਖੈ ਕਤੈ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ।